ਧੰਨ ਵਾਹਿਗੁਰੂ 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 ਸਾਹਿਬ ਜੀ। ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨਿਹੋ। ਚੱਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੈ ਨਿਹੋ। ਭਿੱਜੋ ਸਿਜੋ ਕੰਬਲੀ, ਅੱਲਾ ਵਰਸੈ ਮਿਹੋ। ਜਾਏ ਮਿਲਾਂ ਤਿਨਾ ਸੱਜਣਾ, ਟੁੱਟੋ ਨਾਹੀ ਨੇਹੋ। ਜੀਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਕਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਣ ਤੂੰ ਨਾਹੀ ਵੀਸਰਿਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਣ ਤੂੰ ਨਾਹੀ ਵੀਸਰਿਆ। ਬੇਸ਼ੁਮਾਰ ਅਥਾਹ ਅਗੰਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੁਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੁਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ। ਸ਼ਬਦ ਗੁਰੂ ਜਗਤ ਗੁਰੂ, ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ, ਔਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸ਼ਹੀਦੀ ਅਸਥਾਨ ਉੱਪਰ ਯਾਤਰਾ ਕਰਕੇ ਹਾਜ਼ਰੀਆਂ ਭਰਦਿਆਂ ਹੋਇਆਂ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਧੰਨਤਾ ਦੇ ਯੋਗ ਹੋ ਔਰ ਵਡਭਾਗੀ ਹੋ, ਔਰ ਉਸ ਤੋਂ ਵੀ ਵੱਡੇ ਭਾਗਾਂ ਵਾਲੇ ਹੋ। ਮੌਸਮ ਦੀ ਪਰਵਾਹ ਨਾ ਕਰਦਿਆਂ, ਕਿਉਂਕਿ ਕੱਲ੍ਹ ਤੋਂ ਨਿਰੰਤਰ ਬਰਸਾਤ, ਮੌਸਮ ਜਿਹੜਾ ਹੈ ਉਹ ਖਰਾਬ ਹੈ। ਔਰ ਫਰੀਦ ਜੀ ਆਪਣੀ ਹੱਡ ਬੀਤੀ ਪਾਵਨ ਪਵਿੱਤਰ ਗੁਰਬਾਣੀ ਅੰਦਰ ਸਾਨੂੰ ਸਮਝਾਉਣਾ ਕੀਤਾ ਹੈ, ਕਿਉਂਕਿ ਗੁਰਬਾਣੀ ਜਿੱਥੇ ਸਾਨੂੰ ਅਧਿਆਤਮਿਕ ਤੌਰ ਦੇ ਉੱਤੇ ਸਮੱਤ ਬਖਸ਼ਦੀ ਹੈ, ਉੱਥੇ ਸਮਾਜਿਕ ਤੌਰ ਦੇ ਉੱਤੇ ਵੀ ਸਾਨੂੰ ਸਿੱਖਿਆ ਪ੍ਰਾਪਤ ਹੁੰਦੀ ਹੈ। ਫਰੀਦ ਜੀ ਆਪਣੀ ਹੱਡ ਬੀਤੀ ਦੱਸਦੇ ਨੇ ਕੀ ਹੋਇਆ ਕਿ ਇੱਕ ਦਿਨ ਅੰਮ੍ਰਿਤ ਵੇਲੇ, ਪਹਿਲੇ ਸਮੇਂ ਦੀ ਨਮਾਜ਼ ਦਾ ਸਮਾਂ ਹੈ ਤੇ ਬਾਹਰ ਬਰਸਾਤ ਹੋ ਰਹੀ ਹੈ, ਤੇ ਫਰੀਦ ਜੀ ਕਹਿੰਦੇ ਨੇ ਵੀ ਮੇਰਾ ਮਨ ਮੈਨੂੰ ਪ੍ਰੇਰਿਤ ਕਰਦਾ ਹੈ ਵੀ ਫਰੀਦਾ, ਬਾਹਰ ਬਰਸਾਤ ਹੋ ਰਹੀ ਹੈ, ਜੇ ਤੂੰ ਮਸੀਤ ਦੇ ਵਿੱਚ ਨਮਾਜ਼ ਪੜ੍ਹਨ ਲਈ ਜਾਵੇਂਗਾ ਤੇ ਤੇਰੇ ਬਸਤਰ ਭਿੱਜ ਜਾਣਗੇ। ਮੈਂ ਬੇਨਤੀ ਕਰਾਂ, ਇੱਕ ਮਨ ਹੈ ਤੇ ਇੱਕ ਚਿੱਤ ਹੈ। ਮਨੁੱਖ ਨੇ ਚਿੱਤ ਦੀ, ਆਤਮਾ ਦੀ ਆਵਾਜ਼ ਸੁਣਨੀ ਹੈ, ਮਨ ਦੀ ਆਵਾਜ਼ ਬਿਲਕੁਲ ਨਹੀਂ ਸੁਣਨੀ। ਜੇ ਮਨ ਦੀ ਆਵਾਜ਼ ਸੁਣਾਂਗੇ, ਮਨ ਸਾਨੂੰ ਗਲਤ ਪਾਸੇ ਲੈ ਜਾਂਦਾ ਹੈ। ਆਪਾਂ ਚੌਪਈ ਸਾਹਿਬ ਦੇ ਵਿੱਚ ਰੋਜ਼ ਪੜ੍ਹਦੇ ਹਾਂ ਨਾ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਉੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਇਹ ਨਹੀਂ ਆਖਿਆ ਕਿ ਮੇਰੇ ਮਨ ਦੀ ਇੱਛਾ ਪੂਰਨ ਹੋਵੇ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ। ਚਿੱਤ ਕੀ ਹੈ? ਆਤਮਿਕ ਤੌਰ ਦੇ ਉੱਤੇ ਜੋ ਅੰਦਰ ਰੱਬ ਵਸ ਰਿਹਾ ਹੈ, ਉਹਦੀ ਆਵਾਜ਼ ਹੈ, ਤੇ ਮਨ ਤੇ ਗਲਤ ਪਾਸੇ ਲੈ ਜਾਂਦਾ ਹੈ। ਮਨ ਥੋੜ੍ਹੀ ਕਹਿੰਦਾ ਵੀ ਅੰਮ੍ਰਿਤ ਵੇਲੇ ਉੱਠ ਕਰਕੇ ਆਪਾਂ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੀ ਜ਼ਰੂਰੀ ਦੇ ਵਿੱਚ ਜਾਈਏ। ਮਨ ਤੇ ਕਹੇਗਾ ਨਹੀਂ, ਬੜਾ ਵਧੀਆ ਸੁੱਤੇ ਹੋਏ ਆ। ਫਰੀਦ ਜੀ ਕਹਿੰਦੇ ਨੇ ਵੀ ਬਾਹਰ ਬਰਸਾਤ ਪੈ ਰਹੀ ਹੈ ਤੇ ਮੇਰਾ ਮਨ ਪਤਾ ਕੀ ਕਹਿੰਦਾ, ਫਰੀਦਾ ਗਲੀਆਂ ਚਿੱਕੜ ਦੂਰ ਘਰ। ਗਲੀਆਂ ਦੇ ਵਿੱਚ ਚਿੱਕੜ ਹੈ ਤੇ ਮਸੀਤ ਤੋਂ ਘਰ ਵੀ ਦੂਰ ਹੈ, ਪਰ ਚਿੱਤ ਪਤਾ ਕੀ ਕਹਿੰਦਾ, ਨਾਲ ਪਿਆਰੇ ਨਿਹੋ। ਇਹ ਫਰੀਦਾ, ਨਾਗਾ ਨਾ ਪਾਈ ਗੁਰੂ ਦਰਬਾਰ ਦੇ ਵਿੱਚ
ਮਸੀਤ ਦੇ ਵਿੱਚ ਜਾਣ ਦੇ ਲਈ, ਕਿਉਂਕਿ ਤੇਰਾ ਪਿਆਰੇ ਦੇ ਨਾਲ ਨਹੀਂ ਹੈ। ਮਨ ਕੇ ਕਹਿੰਦਾ ਚੱਲਾਂ ਤਾਂ ਭਿੱਜੈ ਕੰਬਲੀ, ਜੇ ਮੈਂ ਚੱਲਦਾ ਤੇ ਮੇਰੀ ਕੰਬਲੀ ਭਿੱਜਦੀ ਹੈ। ਪਰ ਆਤਮਾ ਕਹਿੰਦੀ ਹੈ ਰਾਹਾਂ ਤਾਂ ਟੁੱਟੈ ਨੇਹੋਂ, ਜੇ ਮੈਂ ਰਹਿੰਦਾ, ਜੇ ਮੈਂ ਨਹੀਂ ਜਾਂਦਾ ਮਸੀਤ ਦੇ ਵਿੱਚ ਤੇ ਪਰਮਾਤਮਾ ਨਾਲੋਂ ਮੇਰਾ ਪ੍ਰੇਮ ਟੁੱਟਦਾ ਹੈ। ਉਹਨੂੰ ਕੋਈ ਮੇਰੇ ਵਰਗਾ ਹੁੰਦਾ ਤੇ ਉਹਨੇ ਤੇ ਗੱਲ ਦੀ ਮਨ ਦੀ ਗੱਲ ਮੰਨ ਲੈਣੀ ਸੀ। ਉਹਨੇ ਕਹਿਣਾ ਸੀ ਕੋਈ ਗੱਲ ਨਹੀਂ, ਅੱਜ ਨਾਗਾ ਪਾ ਦਿੰਦੇ ਹਾਂ। ਪਰ ਫਰੀਦ ਜੀ ਮਨ ਨੂੰ ਪਾਸੇ ਕਰਕੇ ਕਹਿੰਦੇ ਨੇ ਭਿੱਜੋ ਸਿੱਜੋ ਕੰਬਲੀ, ਅੱਲਾ ਵਰਸੇ ਮੇਹੋ, ਜਾਏ ਮਿਲਾਂ ਤਿਨਾ ਸੱਜਣਾ, ਟੁੱਟੋ ਨਾਹੀ ਨੇਹੋ। ਕੋਈ ਗੱਲ ਨਹੀਂ, ਕੰਬਲੀ ਭਿੱਜ ਜਾਏਗੀ, ਬਸਤਰ ਹੀ ਭਿੱਜ ਜਾਣਗੇ, ਪਰ ਮੇਰਾ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੇਮ ਤੇ ਪਿਆਰ ਨਹੀਂ ਟੁੱਟਣਾ ਚਾਹੀਦਾ। ਤੋ ਗੁਰੂ ਪਿਆਰੀ ਸਾਧ ਸੰਗਤ ਜੀ, ਮੌਸਮ ਦੀ ਪਰਵਾਹ ਨਾ ਕਰਦਿਆਂ ਹੋਇਆਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਪਰ ਨਿਰੰਤਰ ਹਾਜ਼ਰੀਆਂ ਭਰ ਕੇ ਆਪ ਜੀ ਆਪਣੇ ਆਪ ਨੂੰ ਵਡਭਾਗੀ ਬਣਾ ਰਹੇ ਹੋ। ਕਿਉਂਕਿ ਜਿਹੜਾ ਜਗਿਆਸੂ ਹੈ, ਜਿਹਦੀ ਆਦਤ ਬਣ ਜਾਵੇ ਗੁਰੂ ਦਰਬਾਰ ਵਿੱਚ ਹਾਜ਼ਰੀ ਭਰਨ ਦੀ, ਉਹ ਇੱਕ ਦਿਨ ਨਾ ਜਾਵੇ ਤੇ ਉਹਨੂੰ ਮਹਿਸੂਸ ਹੁੰਦਾ ਹੈ ਕਿ ਪਤਾ ਨਹੀਂ ਮੇਰੇ ਕੋਲੋਂ ਬੜਾ ਵੱਡਾ ਜ਼ਰੂਰੀ ਕੰਮ ਇੱਕ ਰਹਿ ਗਿਆ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਵੀ ਪਾਵਨ ਪਵਿੱਤਰ ਗੁਰਬਾਣੀ ਅੰਦਰ ਸਾਨੂੰ ਸਮਝਾਉਣਾ ਕੀਤਾ ਹੈ ਕਿ ਝੱਖੜ ਝਾਂਗੀ ਮੀਂਹ ਵਰਸੈ, ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਜੋ ਮਰਜ਼ੀ ਹੋ ਜਾਵੇ, ਗੁਰਸਿੱਖ ਪਿਆਰੇ ਇਹਦੇ ਵਿੱਚ ਨਾਗਾ ਨਹੀਂ ਪਾਉਂਦੇ। ਤੋ ਧੰਨਤਾ ਦੇ ਯੋਗ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀਆਂ ਰਹਿਮਤਾਂ ਬਖਸ਼ਾਂ ਵਰਤ ਰਹੀਆਂ ਨੇ। ਅੰਮ੍ਰਿਤ ਵੇਲੇ ਪਾਤਸ਼ਾਹ ਜੀ ਨੇ ਤਖਤਾਂ 'ਤੇ ਬਿਰਾਜਮਾਨ ਹੋ ਕਰਕੇ ਸਾਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ ਨੇ, ਔਰ ਅੰਮ੍ਰਿਤ ਵੇਲੇ ਤੋਂ ਹੀ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ। ਨਿਤਨੇਮ ਦੇ ਰੂਪ ਦੇ ਵਿੱਚ, ਗੁਰਬਾਣੀ ਦੇ ਰੂਪ ਦੇ ਵਿੱਚ, ਔਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਬਖਸ਼ਿਸ਼ ਆਸਾ ਕੀ ਵਾਰ ਦੇ ਕੀਰਤਨ ਦੇ ਰੂਪ ਦੇ ਵਿੱਚ ਰਹਿਮਤ ਦੀ ਬਰਸਾਤ ਹੋ ਰਹੀ ਹੈ, ਜੋ ਆਪ ਜੀ ਇਸ ਪਾਵਨ ਬਖਸ਼ਿਸ਼ ਨੂੰ ਪ੍ਰਾਪਤ ਕਰ ਰਹੇ ਸੀ। ਤੋ ਆਓ, ਸਮਾਂ ਹੈ ਹਰ ਰੋਜ਼ ਦੀ ਤਰ੍ਹਾਂ ਜੋ ਇਸ ਪਾਵਨ ਪਵਿੱਤਰ ਅਸਥਾਨ 'ਤੇ ਨਿਰੰਤਰ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰੱਬੀ ਤੇ ਇਲਾਹੀ ਬਾਣੀ ਦੀ ਜੋ ਲੜੀਵਾਰ ਵਿਚਾਰ ਚੱਲਦੀ ਹੈ, ਉਸ ਦਾ ਸਮਾਂ ਹੈ। ਔਰ ਜਿਸ ਪੌੜੀ ਦਾ ਮੂਲ ਪਾਠ ਹੁਣੇ ਆਪ ਜੀ ਨੇ ਸਤਿਕਾਰਯੋਗ ਸਿੰਘ ਸਾਹਿਬ ਕੋਲੋਂ ਸਰਵਣ ਕੀਤਾ ਹੈ, ਤੋ ਇਹ ਪਾਵਨ ਪਵਿੱਤਰ ਗੁਰਬਾਣੀ ਗੌੜੀ ਕੀ ਵਾਰ ਸਰਲੇਖ ਹੇਠ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਚਾਰਨ ਕੀਤੀ ਹੋਈ ਇਹ ਪਾਵਨ ਬਾਣੀ ਪੌੜੀ ਰੂਪ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਅੰਗ 310 ਦੇ ਉੱਪਰ ਅੰਕਿਤ ਹੈ। ਤੋ ਆਓ, ਕਿਸ ਤਰ੍ਹਾਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਗੁਰੂ ਦੀ ਮਹਿਮਾ ਨੂੰ ਬਿਆਨ ਕਰ ਰਹੇ ਨੇ, ਔਰ ਸਾਨੂੰ ਦੱਸ ਰਹੇ ਨੇ ਕਿ ਪਰਮਾਤਮਾ ਅਤੇ ਗੁਰੂ ਦੇ ਵਿੱਚ ਕੋਈ ਫਰਕ ਨਹੀਂ। ਸੱਚਾਈ ਹੈ ਕਿ ਗੁਰੂ ਅਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਬੜੀ ਪੜਚੋਲ ਕੀਤੀ ਹੈ, ਮੈਂ ਧਰਮ ਗ੍ਰੰਥਾਂ ਦੀ ਪੜਚੋਲ ਕੀਤੀ ਹੈ, ਰਿਸਰਚ ਕੀਤੀ ਹੈ। ਮੈਨੂੰ ਜਿਹੜੀ ਸਮਝ ਆਈ ਹੈ ਕਿ ਪਾਰ ਬ੍ਰਹਮ ਗੁਰ ਨਾਹੀ ਭੇਦ, ਪਰਮਾਤਮਾ ਅਤੇ ਗੁਰੂ ਦੇ ਵਿੱਚ ਕੋਈ ਫਰਕ ਨਹੀਂ। ਸੱਚਾਈ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅਤੇ ਅਕਾਲ ਪੁਰਖ ਦੇ ਵਿੱਚ ਕੋਈ ਫਰਕ ਨਹੀਂ। ਜਿੱਥੇ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਸਾਵਧਾਨ ਹੋ ਕਰਕੇ ਅਰਦਾਸ ਕਰਦੇ ਹਾਂ, ਅਤੇ ਅਰਦਾਸ ਦੇ ਅਖੀਰਲੇ ਬੰਦ ਦੇ ਵਿੱਚ ਕਹਿੰਦੇ ਆ ਵੀ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਅਤੇ ਅਕਾਲ ਪੁਰਖ ਪਰਮਾਤਮਾ। ਮੈਨੂੰ ਇਹ ਘਟਨਾ ਯਾਦ ਆਈ ਹੈ, ਇੰਗਲੈਂਡ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਮੇਰੀ ਡਿਊਟੀ ਲਈ ਲੱਗੀ ਕਿ ਬੱਚਿਆਂ ਦੀ ਕਲਾਸਾਂ ਲਾਉਣ ਦੇ ਵਿੱਚ ਮੈਂ ਬੇਨਤੀ ਕਰਾਂ, ਸਾਡੀ ਬੁੱਧੀ ਤੋਂ ਬੱਚਿਆਂ ਦੀ ਬੁੱਧੀ ਬੜੀ ਤੀਛਣ ਬੁੱਧੀ ਹੈ, ਬੜੇ ਐਡਵਾਂਸ ਨੇ ਉਹ ਫਿਰ ਸਵਾਲ ਇਹੋ ਜਿਹੇ ਕਰਦੇ ਨੇ, ਖਾਸ ਕਰਕੇ ਇੰਗਲੈਂਡ ਦੇ ਵਿੱਚ, ਵੀ ਜਿਹੜੇ ਮਨੁੱਖ ਨੂੰ ਸੋਚਣ ਦੇ ਵਿੱਚ ਮਜਬੂਰ ਕਰ ਦਿੰਦੇ ਨੇ। ਕਦੀ ਤੇ ਕਹਿੰਦੇ ਨੇ ਵੀ ਇਹ ਭਾਈ ਸਾਹਿਬ ਜੀ ਚੌਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਕਿਉਂ ਕੀਤਾ ਜਾਂਦਾ? ਤੁਹਾਨੂੰ ਸਾਨੂੰ ਕੋਈ ਵੀ ਸਵਾਲ ਕਰ ਸਕਦਾ ਹੈ।
ਇੱਕ ਬੱਚੇ ਨੇ ਸਵਾਲ ਕੀਤਾ ਵੀ ਜਦੋਂ ਤੁਸੀਂ ਅਰਦਾਸ ਕਰਦੇ ਹੋ ਤੇ ਤੁਸੀਂ ਕਿਹਨੂੰ ਮੁਖਾਤਬ ਹੁੰਦੇ ਹੋ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸਨਮੁਖ ਖੜੇ ਹੋ ਕਰਕੇ ਅਰਦਾਸ ਕਰਦੇ ਹੋ, ਅਕਾਲ ਪੁਰਖ ਦੇ ਅੱਗੇ ਕਰਦੇ ਹੋ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਕਰਦੇ ਹੋ? ਤੇ ਮੈਂ ਬੇਨਤੀ ਕਰਾਂ ਤੁਹਾਨੂੰ, ਸਾਨੂੰ ਕੋਈ ਵੀ ਇਹ ਸਵਾਲ ਕੋਈ ਪੁੱਛ ਸਕਦਾ ਹੈ ਤੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਜਵਾਬ ਪ੍ਰਾਪਤ ਹੋਇਆ। ਅਸਲ ਵਿੱਚ ਜਵਾਬ ਇਹ ਹੈ ਕਿ ਸਾਡੇ ਲਈ ਗੁਰੂ ਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ। ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰੂ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ। ਤੋ ਉਸ ਬੱਚੇ ਨੂੰ ਜਵਾਬ ਦਿੱਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜਦੋਂ ਅਸੀਂ ਸਾਵਧਾਨ ਹੋ ਕਰਕੇ ਅਰਦਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਕਰਦੇ ਹਾਂ ਤੇ ਮੁਖਾਤਬ ਅਕਾਲ ਪੁਰਖ ਤੇ ਗੁਰੂ ਨੂੰ ਹਾਂ, ਕਿਉਂਕਿ ਸਾਡੇ ਲਈ ਗੁਰੂ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਵੀ ਇਹ ਗੱਲ ਦੀ ਪ੍ਰੋੜਤਾ ਕੀਤੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ, ਜਿਨ੍ਹਾਂ ਦੀ ਪਾਵਨ ਪਵਿੱਤਰ ਉਚਾਰਨ ਕੀਤੀ ਹੋਈ ਆਪਾਂ ਪਾਵਨ ਬਾਣੀ ਦੀ ਵਿਚਾਰ ਕਰ ਰਹੇ ਹਾਂ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪੌੜੀ ਸੱਚ ਸੱਚਾ ਸਤਿਗੁਰ ਅਮਰ ਹੈ, ਜਿਸ ਅੰਦਰ ਹਰ ਉਰ ਧਾਰਿਆ। ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਗੁਰੂ ਕੌਣ ਨੇ? ਗੁਰੂ ਅਮਰਦਾਸ ਮਹਾਰਾਜ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੇ ਗੁਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ, ਜਿਨ੍ਹਾਂ ਦਾ ਕੱਲ ਗੁਰਗੱਦੀ ਦਿਵਸ ਸੀ। ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਕੌਣ ਨੇ? ਉਹ ਅਕਾਲ ਪੁਰਖ ਪਰਮਾਤਮਾ। ਕਦੀ ਕਦੀ ਸਾਨੂੰ ਭਰਮਾਉਣ ਦੇ ਲਈ ਨਾ, ਕਦੀ ਤੇ ਕੋਈ ਕਿਹਾ ਜਾਂਦਾ ਵੀ ਗੁਰੂ ਨਾਨਕ ਸਾਹਿਬ ਦੇ ਗੁਰੂ ਕਬੀਰ ਸਾਹਿਬ ਨੇ, ਕਿਸੇ ਨੇ ਰਵਿਦਾਸ ਮਹਾਰਾਜ ਨੂੰ ਕਿਹਾ। ਪਰ ਮੈਂ ਬੇਨਤੀ ਕਰਾਂ, ਜਿਹੜਾ ਗੁਰਬਾਣੀ ਦਾ ਸਵਾਲ ਹੈ ਉਹ ਗੁਰਬਾਣੀ ਹੀ ਉਹਦੇ ਉੱਤਰ ਦਿੰਦੀ ਹੈ। ਦੁਨੀਆ ਦਾ ਐਸਾ ਕੋਈ ਸਵਾਲ ਨਹੀਂ ਵੀ ਜਿਹਦਾ ਗੁਰਬਾਣੀ ਜਵਾਬ ਨਾ ਦਿੰਦੀ ਹੋਵੇ। ਦਾਅਵਾ ਕਰਕੇ ਕਹਿਣਾ ਗੱਲ ਤੇ ਬੜੀ ਔਖੀ ਹੈ, ਪਰ ਮੈਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਦਾਅਵਾ ਕਰਕੇ ਇਹ ਗੱਲ ਕਹਿੰਦਾ ਵੀ ਦੁਨੀਆ ਦਾ ਐਸਾ ਕੋਈ ਸਵਾਲ ਨਹੀਂ ਜਿਹਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਕੋਲ ਨਾ ਹੋਵੇ। ਹਰੇਕ ਸਵਾਲ ਦਾ ਜਵਾਬ ਹੈ। ਉਹ ਭਾਵੇਂ ਪਰਿਵਾਰਕ ਸਵਾਲ ਹੈ, ਉਹ ਭਾਵੇਂ ਸਮਾਜਿਕ ਸਵਾਲ ਹੈ, ਉਹ ਭਾਵੇਂ ਰਾਜਨੀਤਿਕ ਸਵਾਲ ਹੈ, ਤੇ ਉਹ ਭਾਵੇਂ ਅਧਿਆਤਮਿਕ ਸਵਾਲ ਹੈ। ਕਿਸੇ ਵੀ ਪ੍ਰਕਾਰ ਦਾ ਸਵਾਲ ਹੈ, ਉਹਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਹੈ। ਪਤੀ ਦੀਆਂ ਡਿਊਟੀਆਂ ਕੀ ਨੇ? ਪਤਨੀ ਕੈਸੀ ਹੋਣੀ ਚਾਹੀਦੀ ਹੈ? ਇੱਕ ਰਾਜਾ ਕੈਸਾ ਹੋਣਾ ਚਾਹੀਦਾ, ਇੱਕ ਵੈਸ਼ਨੋ ਕੈਸਾ ਹੋਣਾ ਚਾਹੀਦਾ, ਇੱਕ ਬ੍ਰਾਹਮਣ ਕੈਸਾ ਹੋਣਾ ਚਾਹੀਦਾ, ਔਰ ਧਰਮ ਦਾ ਆਗੂ ਕੈਸਾ ਹੋਣਾ ਚਾਹੀਦਾ ਹੈ। ਹਰੇਕ ਸਵਾਲ ਦਾ ਜਵਾਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਅਸੀਂ ਬਿਰਾਜਮਾਨ ਹੋ ਕਰਕੇ ਗੁਰੂ ਸਾਹਿਬ ਕੋਲੋਂ ਇਹ ਉੱਤਰ ਪ੍ਰਾਪਤ ਕਰ ਸਕਦੇ ਹਾਂ। ਸੋ ਪੰਡਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੋਧਾ ਹੈ। ਬੈਸਨੋ ਸੋਜ ਸੁਪਰ ਸੋ ਪ੍ਰਸੰਨ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ। ਵੈਸ਼ਨੋ ਕੈਸਾ ਹੋਣਾ ਚਾਹੀਦਾ ਹੈ, ਬ੍ਰਾਹਮਣ ਕੈਸਾ ਹੋਣਾ ਚਾਹੀਦਾ ਹੈ, ਮੌਲਵੀ ਕੈਸਾ ਹੋਣਾ ਚਾਹੀਦਾ ਹੈ, ਰਾਜਾ ਕੈਸਾ ਹੋਣਾ ਚਾਹੀਦਾ ਹੈ। ਪਤੀ ਦੇ ਕੀ ਫਰਜ਼ ਨੇ, ਪਤਨੀ ਦੇ ਕੀ ਫਰਜ਼ ਨੇ। ਕੱਢ ਕਸੀਦਾ ਪਹਿਰੇ ਚੋਲੀ, ਤਾਂ ਤੁਮ ਜਾਨੋ ਨਾਰੀ। ਜੇ ਘਰ ਰੱਖੈ ਬੁਰਾ ਨਾ ਚਾਖੈ, ਹੋਵੇ ਕੰਤ ਪਿਆਰੀ। ਪਾਤਸ਼ਾਹ ਜੀ ਜਵਾਬ ਦਿੰਦੇ ਨੇ। ਤੋ ਇਸ ਪ੍ਰਕਾਰ ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਗੁਰੂ ਕੌਣ ਨੇ? ਗੁਰਬਾਣੀ ਦੇ ਵਿੱਚੋਂ ਹੀ ਸਾਨੂੰ ਉੱਤਰ ਪ੍ਰਾਪਤ ਹੋਵੇਗਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ, ਮੇਰਾ ਗੁਰੂ ਅਕਾਲ ਪੁਰਖ ਪਰਮਾਤਮਾ ਹੈ, ਪਾਰ ਬ੍ਰਹਮ ਅਪਰੰਪਰ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਕੋਈ ਮਨੁੱਖ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਨਹੀਂ। ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਅਕਾਲ ਪੁਰਖ ਪਰਮਾਤਮਾ ਨੇ, ਔਰ ਗੁਰੂ ਨਾਨਕ ਸਾਹਿਬ ਦੇ ਵਿੱਚ ਤੇ ਅਕਾਲ ਪੁਰਖ ਦੇ ਵਿੱਚ ਕੋਈ ਫਰਕ ਨਹੀਂ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਸੰਸਾਰ ਦੇ ਵਿੱਚ ਪ੍ਰਗਟ ਉਦੋਂ ਹੋਏ ਨੇ ਜਦੋਂ ਸੰਸਾਰ ਦੇ ਅੰਦਰ ਝੂਠ ਦਾ, ਫਰੇਬ ਦਾ, ਪਖੰਡ ਦਾ, ਜਾਤ ਪਾਤ ਦਾ ਬਹੁਤ ਜ਼ਿਆਦਾ ਬੋਲਬਾਲਾ ਸੀ। ਤੇ ਧਰਤੀ ਨੇ ਅਕਾਲ ਪੁਰਖ ਪਰਮਾਤਮਾ ਅੱਗੇ ਫਰਿਆਦ ਕੀਤੀ ਕਿ ਹੇ ਅਕਾਲ ਪੁਰਖ ਪਰਮਾਤਮਾ, ਮੇਰੇ ਕੋਲੋਂ ਹੁਣ ਪਾਪਾਂ ਦਾ ਵਜਨ ਸਹਿਆ ਨਹੀਂ ਜਾਂਦਾ। ਤੇ ਧਰਤੀ ਦੀ ਪੁਕਾਰ ਨੂੰ ਸੁਣਦਿਆਂ ਹੋਇਆਂ ਅਕਾਲ ਪੁਰਖ ਪਰਮਾਤਮਾ ਨੇ ਆਪਣਾ ਰੂਪ ਬਣਾ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੂੰ ਸੰਸਾਰ ਦੇ ਅੰਦਰ ਭੇਜਿਆ ਹੈ। ਮੈਂ ਨਹੀਂ ਕਹਿੰਦਾ, ਭਾਈ ਗੁਰਦਾਸ ਜੀ ਕਹਿੰਦੇ ਨੇ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ
जग महे पठाया। किहदी पुकार सुनी? धरती दी पुकार। गुरु नानक साहब जी नूं संसार दे अंदर पठाया। पठाया दा मतलब है भेजिया। और कदे ये सानू उदाहरण नहीं प्राप्त हुंदी कि भाई गुरदास जी ने लिखिया होवे कि गुरु नानक साहब जी नूं संसार विच भेजिया ते बाबा जी वापस चले गए। नहीं, अज भी विराजमान ने साहिब श्री गुरु ग्रंथ साहिब महाराज दे अंदर। सुनी पुकार दातार प्रभ, गुरु नानक जग महे पठाया। धरती दी पुकार सुनदियां होयां, भगतां दी पुकार सुनदियां होयां, अकाल पुरख परमात्मा ने साहिब श्री गुरु नानक देव महाराज पातशाह जी नूं संसार दे अंदर पठाया, भेजना कीता। ते साहिब श्री गुरु नानक देव महाराज पातशाह जी ने अपनी जोत साहिब श्री गुरु अंगद देव महाराज अंदर विराजमान कर दिती। धन गुरु अंगद देव महाराज सच्चे पातशाह जी ने गुरु अमरदास महाराज दे अंदर विराजमान कर दिती। ते धन गुरु रामदास महाराज पातशाह जी गुरु अमरदास महाराज नूं मुखातब हो करके, संबोधन हो करके कहंदे ने कि मैनूं धन गुरु अमरदास महाराज ते अकाल पुरख परमात्मा दे विच कोई फर्क दिखाई नहीं दिंदा। सच्चे पातशाह जी कहंदे ने भी सच सच्चा सतगुर अमर है, जिस अंदर हर उर धारिया। धन गुरु रामदास पातशाह जी कहंदे ने मेरा गुरु जिहड़ा है ना, ये वो अकाल पुरख परमात्मा का रूप है, अमर है। अमर का मतलब है जिहदी मौत नहीं होंदी, जिहदा मरदा नहीं। परमात्मा की भी मौत नहीं होंदी, क्योंकि अकाल मूरत, उहदी मूरत काल तो परे है, उहदी मौत नहीं होंदी। वो अजूनी है, वो जूना दे विच नहीं आउंदा। ते इस करके गुरु भी, गुरु पातशाह जी भी संसार दे विच भावें साडे तरह संसार विच प्रगट होए ने, पर वो जन्म मरण के गेड़ दे विच नहीं, वो संसार का उद्धार करन लई आए ने। भाग ठड़े हर संत प्यारे, दिन घर धन हर नामा, परवान गणी सेई ए आए, सफल तिना के कामा। मेरे राम हर जन कै हों बल जाई, केसा काकर चौर तुलावा, चरण धूड़ मुख लाई, जन्म मरण दोहू मैं नाही, जन पर उपकारी आए। गुरु पातशाह संसार का उद्धार करन लई आए ने, वो जन्म मरण के गेड़ दे विच नहीं, वो दुनिया का उद्धार करन लई आए ने, क्योंकि उन्हां दे विच ते परमात्मा दे विच कोई फर्क नहीं। जी दान दे भगती लायन, हरस्यों लैन मिलाए, वो जीव जंतुआं नूं, प्राणियां नूं परमात्मा की भगती दे विच लाउंदे ने और परमात्मा दे नाल मिलाप करवा दिंदे ने। क्योंकि गुरु की जिहड़ी ड्यूटी है वो परमात्मा नाल मिलाउण वाला है। जैसा सतगुर सुनीदा तैसो ही मैं ढीठ। धन गुरु अर्जन देव पातशाह जी कहते हैं गुरु बारे जैसा मैं सुनिया सी ओहो जिहा देखिया, ओहो जिहा डिठा। विछड़िया मेले प्रभु हर दरगे का बसीठ। जिहड़े परमात्मा तो दूर ने, जिहड़े रब तो विछड़े हुए ने, गुरु परमात्मा दे नाल मिलाउंदा है। हर नामो मंत्र दड़ाइंदा कट्टे हौमै रोग। गुरु परमात्मा दे नाम दा मंत्र मन दे विच दृढ़ करदा है, जिहदे नाल हौमै दे रोग खत्म हो जाते हैं। नानक सतगुर तिन्ना मिलाया, जिन्ना तुरे पया संजोग। हर दरगह का बसीठ, दरगाही विचोला है। जिवें दुनियावी कोई रिश्ता कायम करन दे लई असीं विचोले दे नाल मिलाप करदे हां, इस तरह परमात्मा दे मिलाप दे लई धन श्री गुरु ग्रंथ साहिब महाराज सच्चे पातशाह जी की पावन पवित्र गुरबाणी दे नाल जुड़ करके रब जी दे नाल मिलाप हो जाता है। क्योंकि दुनिया दे अंदर इक्को एक धर्म है जिहड़ा सीधा परमात्मा दे नाल मिलाउंदा है। मैं किसी धर्म की निंदिया नहीं करता, ना ही मेरे गुरु ने धर्म की निंदिया दे लई मैनूं प्रेरित किया है। असीं किसी धर्म की निंदिया नहीं करनी, पर सिख हो करके सानू इस गल का माण होना चाहिए है भी साडे गुरु श्री गुरु ग्रंथ साहिब महाराज ने मनुख जदों संसार दे अंदर जन्म लैंदा है, वड्डियां भागां वाला तो उदों ही बन जाता है जदों परमात्मा ने इनू 84 का सरदार बना दिता। पर सब तो वड्डे भागां वाला असी उदों बनदे हां जदों साडा जन्म सिख परिवारां दे विच होया। गुरु नानक नाम लेवा सिख परिवारां दे विच होया। साडे गुरु श्री गुरु ग्रंथ साहिब महाराज सच्चे पातशाह जी ने, श्री गुरु रामदास महाराज पातशाह जी ने वे पावन बाणी दे विच बचन आखे ने, सब तो वड्डे भाग गुरसिखां के। बाकी भी वड्डे भागां वाले ने, पर सारियां तो वड्डे भाग सिखां दे ने
ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਣ ਕਰਕੇ ਗੁਰੂ ਦੇ ਉਪਦੇਸ਼ ਨੂੰ ਪ੍ਰਾਪਤ ਕਰਦੇ ਨੇ। ਮੈਂ ਬੇਨਤੀ ਕਰਾਂ, ਆਪਣੇ ਆਪ ਨੂੰ ਵਡਭਾਗੀ ਮੰਨਣਾ ਚਾਹੀਦਾ ਹੈ, ਸਮਝਣਾ ਚਾਹੀਦਾ ਹੈ, ਕਿਉਂਕਿ ਮੇਰੇ ਗੁਰੂ ਨੇ ਰਸਤਾ ਬੜਾ ਸਿੱਧਾ ਦੱਸਿਆ ਹੈ। ਮੇਰਾ ਗੁਰੂ ਨਹੀਂ ਕਹਿੰਦਾ ਕਿ ਅੱਤ ਦੀ ਠੰਡ ਪੈ ਰਹੀ ਹੈ ਤੇ ਇੱਕ ਲੱਤ ਦੇ ਉੱਤੇ ਖੜੇ ਹੋ ਕਰਕੇ ਤੂੰ ਭਗਤੀ ਕਰ। ਮੇਰਾ ਗੁਰੂ ਨਹੀਂ ਕਹਿੰਦਾ ਅੱਤ ਦੀ ਗਰਮੀ ਹੈ ਤੇ ਧੂਣੇ ਤੁਖਾ ਕਰਕੇ ਸੇਕ ਦੇ ਅੱਗੇ ਬੈਠ ਕਰਕੇ ਤੂੰ ਰੱਬ ਦੀ ਭਗਤੀ ਕਰ। ਜੇ ਭਗਤੀ ਕਰਨੀ ਹੈ ਤਪ ਹੀ ਕਰਨਾ ਹੈ ਤੇ ਲੰਗਰ ਦੇ ਵਿੱਚ ਲੋਹ ਦੇ ਸਾਹਮਣੇ ਜਾ ਕਰਕੇ ਪ੍ਰਸ਼ਾਦੇ ਪਕਾਵੇਂਗਾ, ਇਦੋਂ ਵੱਡਾ ਤੇਰੇ ਦੁਨੀਆ ਦੇ ਵਿੱਚ ਕੋਈ ਤਪ ਨਹੀਂ ਹੈ। ਮੇਰਾ ਗੁਰੂ ਨਹੀਂ ਕਹਿੰਦਾ ਕਿ ਪਹਾੜਾਂ ਦੀਆਂ ਚੋਟੀਆਂ ਦੇ ਉੱਤੇ ਜਾ ਕਰਕੇ ਉਲਟੇ ਲਟਕ ਕਰਕੇ ਤੈਨੂੰ ਭਗਤੀ ਕਰਨ ਦੀ ਜ਼ਰੂਰਤ ਹੈ, ਬਿਲਕੁਲ ਨਹੀਂ। ਦੇਖੋ ਕਿੱਡੇ ਵਡਭਾਗੀ ਆ ਵੀ ਜੇ ਬਾਹਰ ਬਰਸਾਤ ਹੈ, ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਸ਼ੋਭਤਾਂ, ਅੱਤ ਦੀ ਗਰਮੀ ਹੈ, ਸੁੰਦਰ ਹਵਾ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਆਪਾਂ ਬੜੇ ਆਰਾਮ ਦੇ ਨਾਲ ਵਧੀਆ ਮੈਟ ਦੇ ਉੱਤੇ ਬੈਠ ਕਰਕੇ ਪਾਵਨ ਪਵਿੱਤਰ ਗੁਰਬਾਣੀ ਨੂੰ ਸਰਵਣ ਕਰ ਰਹੇ ਹਾਂ, ਲਾਭ ਪ੍ਰਾਪਤ ਕਰ ਰਹੇ ਹਾਂ। ਮੈਂ ਤੇ ਇੱਥੋਂ ਤੱਕ ਬੇਨਤੀ ਕਰਦਾ, ਸਰੀਰ ਕਈ ਵਾਰੀ ਇਜਾਜ਼ਤ ਨਾ ਦਿੰਦਾ ਹੋਵੇ ਨਾ, ਤੇ ਅਸੀਂ ਰਜ਼ਾਈ ਦੇ ਵਿੱਚ ਬੈਠ ਕਰਕੇ ਵੀ ਗੁਟਕਾ ਲੈ ਕਰਕੇ ਉਸ ਪਰਮਾਤਮਾ ਦਾ ਨਾਮ ਜਪ ਸਕਦੇ ਹਾਂ, ਬਾਣੀ ਪੜ੍ਹ ਸਕਦੇ ਹਾਂ। ਗੁਰੂ ਨਹੀਂ ਰੋਕਦਾ। ਇਦੋਂ ਵੱਡਾ ਧਰਮ ਹੋਰ ਕਿਹੜਾ ਵਧੀਆ ਹੋ ਸਕਦਾ ਹੈ। ਮੈਂ ਬੇਨਤੀ ਕਰਾਂ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਦੇ ਵਿੱਚ ਇੱਕ ਬੜੀ ਸੁੰਦਰ ਉਦਾਹਰਨ ਦਿੱਤੀ ਹੈ। ਉਹ ਕਹਿੰਦੇ ਨੇ ਵੀ ਜਿਹੜਾ ਸਿੱਖੀ ਮਾਰਗ ਹੈ ਇਹ ਪੰਛੀ ਦੀ ਉਡਾਰੀ ਹੈ, ਤੇ ਜਿਹੜੇ ਤਪ ਕਰਕੇ ਪਰਮਾਤਮਾ ਨੂੰ ਪਾਉਣ ਦੀ ਤਮੰਨਾ ਰੱਖਣੀ ਹੈ ਉਹ ਇੱਕ ਕੀੜੀ ਦਾ ਮਾਰਗ ਹੈ। ਜਿਵੇਂ ਕਿਸੇ ਦਰਖਤ ਦੀ ਚੋਟੀ ਦੇ ਉੱਤੇ ਕੋਈ ਮਿੱਠਾ ਫਲ ਲੱਗਾ ਹੋਵੇ ਤੇ ਜੇਕਰ ਪੰਛੀ ਨੇ ਉਸ ਫਲ ਤੱਕ ਪਹੁੰਚਣਾ ਹੋਵੇ, ਉਹ ਇੱਕੋ ਉਡਾਰੀ ਮਾਰ ਕਰਕੇ ਉਸ ਫਲ ਤੱਕ ਦੇਖਦਿਆਂ ਦੇਖਦਿਆਂ ਪਹੁੰਚ ਜਾਂਦਾ ਹੈ। ਤੇ ਉਸ ਮਿੱਠੇ ਫਲ ਤੱਕ ਜੇ ਕੀੜੀ ਨੇ ਜਾਣਾ ਹੋਵੇ ਤੇ ਸਮਝ ਲੈਣਾ ਕੀੜੀ ਨੂੰ ਕਿੱਡਾ ਲੰਬਾ ਸਫ਼ਰ ਕਰਨਾ ਪਵੇਗਾ। ਪਹਿਲਾਂ ਜ਼ਮੀਨ ਦੇ ਉੱਤੇ ਚੱਲ ਕਰਕੇ, ਫਿਰ ਦਰਖਤ ਦੇ ਤਣੇ ਦੇ ਉੱਤੇ ਜਾ ਕਰਕੇ, ਫਿਰ ਮੋਟੇ ਟਾਹਣਿਆਂ ਦੇ ਉੱਤੇ, ਫਿਰ ਛੋਟੀਆਂ ਟਹਿਣੀਆਂ ਤੋਂ ਹੁੰਦਿਆਂ ਹੋਇਆਂ ਉਹਦਾ ਬੜਾ ਲੰਬਾ ਸਫ਼ਰ ਬਣ ਜਾਂਦਾ ਹੈ। ਤੇ ਸਿੱਖੀ ਦਾ ਮਾਰਗ ਹੈ ਭੂਲੇ ਮਾਰਗ ਜਿਨ੍ਹੈ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਗੁਰੂ ਸਾਨੂੰ ਵਹਿਮਾਂ ਭਰਮਾਂ ਭੁਲੇਖਿਆਂ ਤੋਂ, ਕਰਮ ਕਾਂਡਾਂ ਤੋਂ, ਪਖੰਡਾਂ ਤੋਂ, ਝੂਠ ਤੋਂ, ਫਰੇਬ ਤੋਂ ਉੱਪਰ ਉਠਾਉਂਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿਸੇ ਕਰਮ ਕਾਂਡ, ਪਖੰਡ, ਵਾਰ ਕੁਵਾਰ ਦੇ ਚੱਕਰ ਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ। ਜਦੋਂ ਮਰਜ਼ੀ ਜਪ ਲੈ, ਸਵੇਰੇ ਜਪ ਲੈ, ਸ਼ਾਮ ਜਪ ਲੈ, ਅੱਧੀ ਰਾਤ ਜਪ ਲੈ, ਦੁਪਹਿਰ ਸਮੇਂ ਜਪ ਲੈ, ਸਤਿਗੁਰ ਜਾਗਤਾ ਹੈ ਦਿਓ। ਗੁਰੂ ਹਰ ਵੇਲੇ ਤੇਰੀ ਪੁਕਾਰ ਸੁਣਨ ਵਾਲਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੱਤੀ ਪੈਰੀ ਸੱਤ ਭਲਾ, ਬਈਏ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਐ, ਕੂੜੈ ਘਟੈ ਰਾਸ। ਇੱਕ ਪੈਰ ਅੰਮ੍ਰਿਤ ਵੇਲੇ ਦਾ ਏ, ਜਦੋਂ ਸਿੱਖ ਦਾ ਫਰਜ਼ ਬਣਦਾ ਏ ਕਿ ਮੈਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਜਪਣਾ ਏ। 24 ਘੰਟੇ ਦੇ ਵਿੱਚੋਂ ਦਸਵੰਧ ਰੂਪ ਲਗਭਗ 2.5 ਘੰਟੇ ਜਿਹੜੇ ਨੇ, ਇੱਕ ਪੈਰ ਲਗਭਗ ਅੰਮ੍ਰਿਤ ਵੇਲੇ ਦੇ ਵਿੱਚ ਉਸ ਪਰਮਾਤਮਾ ਦੇ ਨਾਲ ਜੁੜਨਾ ਹੈ। ਤੇ ਬਾਕੀ ਜਿਹੜੇ 7 ਪੈਰ ਨੇ, ਉਹਨਾਂ 7 ਪੈਰਾਂ ਦੇ ਵਿੱਚ ਵੀ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਸਮਾਂ ਗੁਜ਼ਾਰਨਾ ਹੈ। ਭਾਵੇਂ ਸਫ਼ਰ ਕਰ ਰਹੇ ਹਾਂ, ਭਾਵੇਂ ਕੰਮਕਾਰ ਕਰ ਰਹੇ ਹਾਂ, ਭਾਵੇਂ ਦੁਕਾਨ ਤੇ ਬੈਠੇ ਹਾਂ, ਭਾਵੇਂ ਤਕੜੀ ਤੋਲ ਰਹੇ ਹਾਂ, ਸੱਤੀ ਪੈਰੀ ਸੱਤ ਭਲਾ, ਬਈਏ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਐ, ਕੂੜੇ ਘਟੇ ਰਾਸ। ਫਿਰ ਉੱਥੇ ਉਸ ਅਕਾਲ ਪੁਰਖ ਪਰਮਾਤਮਾ ਸੱਚੇ ਦੇ ਨਾਲ ਮਿਲਾਪ ਪ੍ਰਾਪਤ ਹੋਵੇਗਾ। ਤੋ ਗੁਰੂ ਸਾਹਿਬ ਜੀ ਦਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਮਾਰਗ ਬੜਾ ਸਿੱਧਾ ਹੈ। ਇਹ ਪੰਛੀ ਵਾਲੀ ਉਡਾਰੀ ਹੈ, ਇਹ ਕੀੜੀ ਵਾਲਾ ਮਾਰਗ ਨਹੀਂ। ਤੋ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਕਹਿੰਦੇ ਨੇ ਗੁਰੂ ਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ। ਸੱਚਾ ਸਤਿਗੁਰ ਅਮਰ ਹੈ। ਅਮਰ ਦਾ ਮਤਲਬ ਹੈ ਕਿ ਜਿਹਦੀ ਮੌਤ ਨਹੀਂ ਹੁੰਦੀ। ਪਰਮਾਤਮਾ ਦੀ ਵੀ ਮੌਤ ਨਹੀਂ ਹੁੰਦੀ, ਕਿਉਂਕਿ ਜੋ ਜਨਮੈ ਸੋ ਜਾਨੋ ਮੂਆ। ਪਰਮਾਤਮਾ ਅਕਾਲ ਮੂਰਤ ਹੈ, ਅਜੂਨੀ ਹੈ, ਸਵੈਭੰਗ ਹੈ, ਆਪਣੇ ਆਪ ਤੋਂ ਪੈਦਾ ਹੋਇਆ ਹੈ। ਔਰ ਮੈਂ ਬੇਨਤੀ ਕਰਾਂ, ਨਾ ਸਮਝਿਆ ਜੇ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਸੰਸਾਰ ਦੇ ਵਿੱਚ ਨਹੀਂ, ਅੱਜ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਜੋਤ ਰੂਪ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਬਿਰਾਜਮਾਨ ਨੇ। ਤੋ ਇਸ ਕਰਕੇ ਪਰਮਾਤਮਾ ਤੇ ਗੁਰੂ ਦੇ ਵਿੱਚ ਕੋਈ ਫਰਕ ਨਹੀਂ। ਪਰਮਾਤਮਾ ਵੀ ਹਰ ਵੇਲੇ ਜਾਗਤ ਅਵਸਥਾ ਹੈ ਤੇ ਗੁਰੂ ਵੀ ਹਰ ਵੇਲੇ ਸਤਿਗੁਰ ਜਾਗਤਾ ਹੈ ਦਿਓ। ਸੱਚਾ ਸਤਿਗੁਰ ਅਮਰ ਹੈ।
ਜਿਸ ਅੰਦਰ ਹਰ ਉਰਧਾਰਿਆ। ਪਰਮਾਤਮਾ ਵੀ ਅਮਰ ਹੈ ਤੇ ਗੁਰੂ ਵੀ ਅਮਰ ਹੈ। ਕਿਉਂ ਅਮਰ ਹੈ? ਕਿਉਂਕਿ ਗੁਰੂ ਨੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਉਰ ਧਾਰਿਆ ਦਾ ਮਤਲਬ ਹੈ ਧਾਰਨ ਕੀਤਾ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਗੁਰੂ ਅਮਰਦਾਸ ਮਹਾਰਾਜ ਨੂੰ ਮੁਖਾਤਬ ਹੋ ਕਰਕੇ ਬੇਨਤੀ ਕਰ ਰਹੇ ਨੇ, ਹੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਇੰਨੇ ਮਹਾਨ ਹੋ, ਆਪ ਜੀ ਦੇ ਵਿੱਚ ਤੇ ਮੈਨੂੰ ਪਰਮਾਤਮਾ ਵਿੱਚ ਕੋਈ ਫਰਕ ਦਿਖਾਈ ਨਹੀਂ ਦਿੰਦਾ। ਤੁਸੀਂ ਪਰਮਾਤਮਾ ਦਾ ਹੀ ਰੂਪ ਹੋ, ਕਿਉਂਕਿ ਤੁਸੀਂ ਆਪਣੇ ਹਿਰਦੇ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਨੂੰ ਧਾਰਨ ਕੀਤਾ ਹੈ। ਅੱਗੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਸੱਚ ਸੱਚਾ ਸਤਿਗੁਰ ਪੁਰਖ ਹੈ, ਜਿਨ ਕਾਮ ਕ੍ਰੋਧ ਬਿਖ ਮਾਰਿਆ। ਮੇਰਾ ਸਤਿਗੁਰੂ, ਮੇਰਾ ਗੁਰੂ ਉਸ ਅਕਾਲ ਪੁਰਖ ਪਰਮਾਤਮਾ ਦਾ ਹੀ ਰੂਪ ਹੈ। ਮੈਂ ਸਮਝਦਾ ਨਹੀਂ ਕਿ ਪਰਮਾਤਮਾ ਤੇ ਗੁਰੂ ਦੇ ਵਿੱਚ ਕੋਈ ਫਰਕ ਹੈ। ਅਗਲੀ ਪੰਕਤੀ ਦੇ ਵਿੱਚ ਵੀ ਪਾਤਸ਼ਾਹ ਜੀ ਕਹਿੰਦੇ ਨੇ, ਇਸ ਕਰਕੇ ਗੁਰੂ ਤੇ ਪਰਮਾਤਮਾ ਵਿੱਚ ਫਰਕ ਨਹੀਂ, ਕਿਉਂਕਿ ਜਿਨ ਕਾਮ ਕ੍ਰੋਧ ਬਿਖ ਮਾਰਿਆ। ਜਿਸ ਗੁਰੂ ਨੇ ਆਪਣੇ ਅੰਦਰੋਂ ਕਾਮ ਤੇ ਕ੍ਰੋਧ, ਬਿਖ ਕਹਿੰਦੇ ਨੇ ਜ਼ਹਿਰ ਨੂੰ, ਮਾਰਿਆ ਦਾ ਮਤਲਬ ਹੈ ਖਤਮ ਕਰ ਦਿੱਤਾ ਹੈ। ਗੁਰਬਾਣੀ ਨੇ ਕਾਮ ਤੇ ਕ੍ਰੋਧ ਨੂੰ, ਲੋਭ ਮੋਹ ਅਹੰਕਾਰ ਨੂੰ ਜ਼ਹਿਰ ਕਿਹਾ ਹੈ। ਜਿਵੇਂ ਜ਼ਹਿਰ ਹੈ ਤੇ ਜ਼ਹਿਰ ਨੂੰ ਕੋਈ ਸਿਆਣਾ ਵੈਦ ਮਾਰ ਦੇਵੇ ਤੇ ਉਹਦੀ ਦਵਾਈ ਵੀ ਬਣ ਜਾਂਦੀ ਹੈ। ਜਿਵੇਂ ਸੱਪ ਦੇ ਜ਼ਹਿਰ ਦੇ ਨਾਲ ਵੈਦ ਲੋਕ ਕਈ ਪ੍ਰਕਾਰ ਦੀਆਂ ਔਸ਼ਧੀਆਂ ਦਵਾਈਆਂ ਬਣਾ ਦਿੰਦੇ ਨੇ। ਹੈ ਜ਼ਹਿਰ, ਪਰ ਸਿੱਧੇ ਤੌਰ ਦੇ ਉੱਤੇ ਜਦੋਂ ਜ਼ਹਿਰ ਖਾਵਾਂਗੇ ਮੌਤ ਹੋ ਸਕਦੀ ਹੈ। ਪਰ ਇਸੇ ਜ਼ਹਿਰ ਨੂੰ ਜਦੋਂ ਸੋਧਿਆ ਜਾਂਦਾ ਹੈ, ਮਾਰਿਆ ਜਾਂਦਾ ਹੈ, ਵੈਦ ਲੋਕ ਇਹਨੂੰ ਸੋਧ ਦਿੰਦੇ ਨੇ, ਇਹਦੀਆਂ ਦਵਾਈਆਂ ਬਣਦੀਆਂ ਨੇ। ਹੁਣ ਕਾਮ ਨੂੰ ਗੁਰਬਾਣੀ ਨੇ ਜ਼ਹਿਰ ਕਿਹਾ ਹੈ, ਕ੍ਰੋਧ ਨੂੰ ਜ਼ਹਿਰ ਕਿਹਾ ਹੈ, ਪਰ ਜਦੋਂ ਇਹਨੂੰ ਕਾਬੂ ਦੇ ਵਿੱਚ ਕਰ ਲਈਏ, ਜਿਵੇਂ ਘੋੜੇ ਦੇ ਮੂੰਹ ਦੇ ਵਿੱਚ ਲਗਾਮ ਹੋਵੇ ਤੇ ਹੱਥ, ਸਾਡੇ ਹੱਥ ਦੇ ਵਿੱਚ ਉਹਦੀ ਲਗਾਮ ਹੋਵੇ, ਘੋੜੇ ਦੇ ਮੂੰਹ ਦੇ ਵਿੱਚ ਲਗਾਮ ਪਈ ਹੋਵੇ ਤੇ ਉਸ ਲਗਾਮ ਦੀ ਜਿਹੜੀ ਡੋਰੀ ਹੈ ਸਾਡੇ ਹੱਥ ਦੇ ਵਿੱਚ ਹੋਵੇ, ਅਸੀਂ ਜਿਸ ਪਾਸੇ ਮਰਜ਼ੀ ਉਸ ਘੋੜੇ ਨੂੰ ਤੋਰ ਸਕਦੇ ਹਾਂ। ਪਰ ਜੇਕਰ ਘੋੜਾ ਬੇਲਗਾਮਾ ਹੋ ਜਾਵੇ ਤੇ ਉਹ ਸਾਨੂੰ ਸਵਾਰ ਹੋਇਆਂ ਨੂੰ ਕਿਸੇ ਖੂਹ ਦੇ ਵਿੱਚ ਵੀ, ਟੋਏ ਦੇ ਵਿੱਚ ਵੀ ਸੁੱਟ ਸਕਦਾ ਹੈ। ਇਸੇ ਲਈ ਜੇ ਵਾਸ਼ਨਾਵਾਂ ਕਾਬੂ ਦੇ ਵਿੱਚ ਨੇ ਤੇ ਜਿੱਥੇ ਲੋੜ ਪੈਣ ਤੇ ਅਸੀਂ ਇਹਨੂੰ ਇਸਤੇਮਾਲ ਕਰ ਸਕਦੇ ਹਾਂ। ਜਿਵੇਂ ਕ੍ਰੋਧ ਨੂੰ ਬੀਰ ਰਸ ਦੇ ਰੂਪ ਦੇ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ। ਹੁਣ ਜੇ ਅੰਦਰ ਕ੍ਰੋਧ ਨਾ ਹੋਵੇ ਤੇ ਮਨੁੱਖ ਸੰਸਾਰ ਦੇ ਅੰਦਰ ਅਣਖ ਦੇ ਨਾਲ ਨਹੀਂ ਜਿਉ ਸਕਦਾ, ਕਿਉਂਕਿ ਉਹਨੂੰ ਬੀਰ ਰਸ ਦੇ ਵਿੱਚ ਇਸਤੇਮਾਲ ਕਰਨਾ ਹੈ। ਜਿਵੇਂ ਗੁਰੂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਬਾਬਾ ਬੰਦਾ ਸਿੰਘ ਬਹਾਦਰ, ਜਿੰਨੇ ਵੀ ਸ਼ੂਰਬੀਰ ਹੋਏ ਨੇ, ਉਹਨਾਂ ਨੇ ਕ੍ਰੋਧ ਨੂੰ ਬੀਰ ਰਸ ਦੇ ਵਿੱਚ ਤਬਦੀਲ ਕਰਕੇ ਉਸ ਜ਼ਹਿਰ ਨੂੰ ਔਸ਼ਧੀ ਦੇ ਰੂਪ ਦੇ ਵਿੱਚ ਪਰਿਵਰਤਨ ਕਰਕੇ ਸੰਸਾਰ ਦੇ ਭਲੇ ਦੇ ਲਈ ਉਸ ਕ੍ਰੋਧ ਨੂੰ ਵਰਤਣਾ ਕੀਤਾ ਹੈ। ਇਸੇ ਤਰ੍ਹਾਂ ਕਾਮ ਵਾਸ਼ਨਾ ਹੈ। ਜੇ ਕਾਮ ਵਾਸ਼ਨਾ ਨੂੰ ਕੇਵਲ ਸੰਸਾਰ ਦੀ ਉਤਪੱਤੀ ਦੇ ਲਈ ਇਸਤੇਮਾਲ ਕੀਤਾ ਜਾਵੇਗਾ ਤੇ ਬਿਲਕੁਲ ਜ਼ਹਿਰ ਨੂੰ ਸੋਧ ਕਰਕੇ ਜਿਵੇਂ ਔਸ਼ਧੀ ਦੇ ਰੂਪ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਮਨੁੱਖ ਉਹਦੇ ਤੋਂ ਲਾਭ ਲੈ ਸਕਦਾ ਹੈ। ਪਰ ਜੇਕਰ ਕਾਮ ਵਾਸ਼ਨਾ ਬੇਕਾਬੂ ਹੋ ਜਾਵੇ ਤੇ ਸਮਝ ਲੈਣਾ ਮਨੁੱਖ ਨੂੰ ਨਰਕ ਤੱਕ ਵੀ ਪਹੁੰਚਾ ਸਕਦੀ ਹੈ। ਹੇ ਕਾਮਨ ਨਰਕ ਵਿਸਰਾਮੰ ਬਹੁ ਜੋਨੀ ਪਰਮਾਵਨ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਕਾਮ ਵਾਸ਼ਨਾ, ਤੂੰ ਨਰਕ ਦੇ ਵਿੱਚ ਮਨੁੱਖ ਨੂੰ ਪਹੁੰਚਾ ਸਕਦਾ ਹੈ ਤੇ ਅਨੇਕ ਟੇਢੀਆਂ ਮੇਢੀਆਂ ਜੋਨਾਂ ਦੇ ਵਿੱਚ ਮਨੁੱਖ ਨੂੰ ਪੈਣਾ ਪੈ ਸਕਦਾ ਹੈ ਜੇਕਰ ਮਨੁੱਖ ਦੇ ਉੱਤੇ ਕਾਮ ਵਾਸ਼ਨਾ ਭਾਰੂ ਹੋ ਜਾਵੇ। ਪਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਆਪਣੇ ਗੁਰੂ ਤੋਂ ਸਦਕੇ ਵਾਰਨੇ ਬਲਿਹਾਰ ਤੇ ਕੁਰਬਾਨ ਜਾਂਦਾ ਹਾਂ। ਗੁਰੂ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ। ਜਿਨ ਕਾਮ ਕ੍ਰੋਧ ਬਿਖ ਮਾਰਿਆ, ਜਿਨੇ ਕਾਮ ਵਾਸ਼ਨਾ ਨੂੰ, ਕ੍ਰੋਧ ਨੂੰ ਜ਼ਹਿਰ ਦੀ ਤਰ੍ਹਾਂ ਮਾਰ ਦਿੱਤਾ ਹੈ, ਖਤਮ ਕਰ ਦਿੱਤਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਿਉਂਕਿ ਅਸਲ ਦੇ ਵਿੱਚ ਗੁਰੂ ਹੀ ਉਹ ਹੈ ਜਿਨੇ ਵਿਕਾਰਾਂ ਨੂੰ ਕਾਬੂ ਕਰ ਦਿੱਤਾ ਹੈ। ਹਰੇਕ ਮਨੁੱਖ ਦੇ ਵੱਸ ਦੇ ਵਿੱਚ ਨਹੀਂ। ਸਰਪਣੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ। ਇਹ ਵਾਸ਼ਨਾਵਾਂ ਜਿਹੜੀਆਂ ਨੇ ਬੜੇ ਬੜੇ ਵੱਡੇ ਔਲੀਆ ਅਵਤਾਰਾਂ ਨੂੰ ਵੀ ਪ੍ਰੇਰਿਤ ਕਰਕੇ ਉਹਨਾਂ ਨੂੰ ਭਰਮਾ ਦਿੱਤਾ। ਪਰ ਮੈਂ ਬੇਨਤੀ ਕਰਾਂ, 10 ਪਾਤਸ਼ਾਹੀਆਂ ਦੇ ਪਾਵਨ ਪਵਿੱਤਰ ਜੀਵਨ ਵੱਲ ਅਸੀਂ ਵੇਖੀਏ
ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜੀਵਨ ਸੋਨੇ ਦੀ ਤਰ੍ਹਾਂ ਬਿਲਕੁਲ ਨਿਰਾਲਾ ਔਰ ਸ਼ੁੱਧ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜੀਵਨ ਪੜ੍ਹ ਲਈਏ, ਧੰਨ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਜੀਵਨ ਪੜ੍ਹੋ, 10 ਪਾਤਸ਼ਾਹੀਆਂ ਦਾ ਜੀਵਨ ਪੜ੍ਹੋ। ਕਿੰਨੇ ਕਿੰਨੇ ਉੱਚੇ ਕਿਰਦਾਰ ਵਾਲੇ ਸੂਰਮੇ ਹਰੀ ਸਿੰਘ ਨਲਵੇ ਵਰਗੇ, ਜਿਨ੍ਹਾਂ ਨੂੰ ਆਪਣੇ ਜੀਵਨ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਤਰੁੱਟੀ ਵਾਸ਼ਨਾ ਭਾਰੂ ਹੋਣ ਨਹੀਂ ਦਿੱਤੀ ਆਪਣੇ ਜੀਵਨ ਦੇ ਵਿੱਚ। ਔਰ ਬਾਬਾ ਜੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਵੀ ਬਚਨ ਆਖੇ ਨੇ ਕਿ ਸੋਈ ਸਤਿਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਛਿੱਕੇ। ਜਿਨ੍ਹਾਂ ਦੀ ਉਮਰ 40-50 ਸਾਲ ਤੋਂ ਉੱਪਰ ਹੈ, ਉਹ ਸਮਝਦੇ ਨੇ ਕਿ ਛਿੱਕਾ ਕਿਹਨੂੰ ਕਿਹਾ ਜਾਂਦਾ ਹੈ। ਪੁਰਾਣੇ ਸਮਿਆਂ ਦੇ ਵਿੱਚ ਜਦੋਂ ਫਰਿੱਜ ਵਗੈਰਾ ਘਰ ਦੇ ਵਿੱਚ ਨਹੀਂ ਸੀ ਹੁੰਦੀ, ਤੇ ਪੰਛੀਆਂ ਤੋਂ ਜਾਨਵਰਾਂ ਤੋਂ ਭੋਜਨ ਬਚਾਉਣ ਦੇ ਲਈ ਘਰ ਦੇ ਵਿੱਚ ਖਾਸ ਬਰਤਨ ਨੂੰ ਰੱਸੀ ਦੇ ਨਾਲ ਟੰਗ ਕਰਕੇ ਘਰ ਦੇ ਵਿੱਚ ਰੱਖਿਆ ਜਾਂਦਾ ਸੀ। ਬਚਿਆ ਖੁਚਿਆ ਭੋਜਨ ਜਿਹੜਾ ਸੀ ਉਹਨੂੰ ਛਿੱਕੇ ਦੇ ਉੱਤੇ ਟੰਗ ਦਿੱਤਾ ਜਾਂਦਾ ਹੁੰਦਾ ਸੀ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸਲ ਵਿੱਚ ਸਤਿਪੁਰਖ ਮਹਾਨ ਪੁਰਖ ਉਹ ਹੈ ਜਿਨੇ ਪੰਜੇ ਦੂਤਾਂ ਨੂੰ ਕਾਬੂ ਕਰਕੇ ਛਿੱਕੇ ਦੇ ਉੱਤੇ ਟੰਗ ਦਿੱਤਾ ਹੈ। ਛਿੱਕੇ ਦੇ ਟੰਗਣ ਤੋਂ ਭਾਵ ਹੈ ਵੀ ਕਾਬੂ ਕਰਕੇ, ਜਿਵੇਂ ਕਿਸੇ ਚੀਜ਼ ਨੂੰ ਛਿੱਕੇ ਦੇ ਉੱਤੇ ਟੰਗ ਕਰਕੇ ਲੋੜ ਪੈਣ ਤੇ ਉਹਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸਲ ਵਿੱਚ ਸਤਿਪੁਰਖ ਮਹਾਂਪੁਰਖ ਉਹ ਹੈ ਜਿਨੇ ਪੰਜਾਂ ਦੂਤਾਂ ਨੂੰ ਛਿੱਕੇ ਦੇ ਉੱਤੇ ਟੰਗ ਦਿੱਤਾ ਹੈ, ਕਾਬੂ ਦੇ ਵਿੱਚ ਕਰ ਲਿਆ ਹੈ। ਆਪਾਂ ਜਦੋਂ ਗੁਰੂ ਪਾਤਸ਼ਾਹ ਜੀ ਦਾ ਜੀਵਨ ਪੜ੍ਹਦੇ ਹਾਂ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਜੀਵਨ, ਜਦੋਂ ਭਾਈ ਮਨਸੁਖ ਜੀ ਸ਼੍ਰੀ ਲੰਕਾ ਦੇ ਵਿੱਚ ਸੰਗਲਾ ਦੀਪ ਦੇ ਵਿੱਚ ਰਾਜੇ ਸ਼ਿਵਨਾਭ ਦੇ ਕੋਲ ਜਾਂਦੇ ਨੇ, ਰਾਜੇ ਸ਼ਿਵਨਾਭ ਨੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਸਤਤ ਭਾਈ ਮਨਸੁਖ ਜੀ ਦੇ ਕੋਲੋਂ ਸੁਣੀ ਹੈ। ਬੜੀ ਉਸਤਤ ਸੁਣੀ, ਬੜਾ ਪ੍ਰਭਾਵਿਤ ਹੋਇਆ ਤੇ ਭਾਈ ਮਨਸੁਖ ਜੀ ਨੂੰ ਕਹਿਣ ਲੱਗਾ, ਰਾਜਾ ਸ਼ਿਵਨਾਭ, ਕੀ ਮੈਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਦਰਸ਼ਨ ਹੋ ਸਕਦੇ ਨੇ? ਭਾਈ ਮਨਸੁਖ ਕਹਿੰਦੇ ਨੇ ਮੇਰਾ ਗੁਰੂ ਇੰਨਾ ਮਹਾਨ ਹੈ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ, ਜਿਹੜਾ ਦਿਲੋਂ ਉਹਨੂੰ ਯਾਦ ਕਰੇ ਸੱਚੇ ਪਾਤਸ਼ਾਹ ਜੀ ਉਹਨੂੰ ਆਣ ਕਰਕੇ ਦਰਸ਼ਨ ਦਿਦਾਰੇ ਬਖਸ਼ਦੇ ਨੇ। ਮੈਂ ਬੇਨਤੀ ਕਰਾਂ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਜੀਵਨ ਪੜ੍ਹੀਏ ਤੇ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 4 ਉਦਾਸੀਆਂ ਦੌਰਾਨ ਸੰਸਾਰ ਦੇ ਹਰ ਕੋਨੇ ਦੇ ਉੱਤੇ ਜਾ ਕਰਕੇ ਸਤਨਾਮ ਦਾ ਮੰਤਰ ਜਿਹੜਾ ਹੈ ਉਹ ਦ੍ਰਿੜ ਕੀਤਾ ਹੈ। ਮਾਰਿਆ ਸੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਭਾਈ ਗੁਰਦਾਸ ਜੀ ਕਹਿੰਦੇ ਜਿੱਤੀ ਨਵਖੰਡ ਪ੍ਰਥਮੀ ਸਤਨਾਮ ਦਾ ਚੱਕਰ ਫਿਰਾਇਆ। ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਉੱਤੇ ਭ੍ਰਮਣ ਕਰਕੇ ਸਤਿਕਾਰਯੋਗ ਭਾਈ ਮਰਦਾਨਾ ਸਾਹਿਬ ਜੀ ਨੂੰ ਨਾਲ ਲੈ ਕਰਕੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਸੰਸਾਰ ਦਾ ਭ੍ਰਮਣ ਕੀਤਾ ਹੈ। ਔਰ ਮੈਂ ਬੇਨਤੀ ਕਰਾਂ, ਹੁਣ ਤੇ ਸਾਡੇ ਕੋਲ ਪ੍ਰੂਫ ਵੀ ਪ੍ਰਾਪਤ ਹੋ ਗਏ ਨੇ, ਜਿੱਥੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਢਾਕਾ, ਬੰਗਾਲ, ਮਲੇਸ਼ੀਆ, ਥਾਈਲੈਂਡ, ਸ਼੍ਰੀਲੰਕਾ ਔਰ ਪਾਤਸ਼ਾਹ ਜੀ ਅਰਬ ਕੰਟਰੀਆਂ ਤੋਂ ਹੁੰਦੇ ਹੁੰਦੇ ਮਹਾਰਾਜ ਪਾਤਸ਼ਾਹ ਜੀ ਤੁਰਕੀ ਤੋਂ ਰੋਮ ਤੱਕ ਵੀ ਪਹੁੰਚੇ ਨੇ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਸਾਨੂੰ ਪ੍ਰੂਫ ਪ੍ਰਾਪਤ ਹੋਏ ਨੇ, ਇਟਲੀ ਦੀ ਰਾਜਧਾਨੀ ਰੋਮ ਦੇ ਵਿੱਚ ਉਸ ਸਮੇਂ ਦਾ ਜਿਹੜਾ ਪਾਦਰੀ ਸੀ, ਰੋਜ਼ ਨਾਮਚੇ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ, ਉਹਨਾਂ ਸਮਿਆਂ ਦੇ ਜਿਹੜੇ ਰੋਜ਼ ਨਾਮਚੇ ਨੇ ਉਹਨਾਂ ਦੇ ਵਿੱਚ ਲਿਖਤ ਪ੍ਰਾਪਤ ਹੋਈ ਹੈ ਕਿ ਭਾਰਤ ਦੀ ਧਰਤੀ ਤੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਸੰਸਾਰ ਦਾ ਉਧਾਰ ਕਰਦਿਆਂ ਹੋਇਆਂ ਰੋਮ ਤੱਕ ਪਹੁੰਚੇ ਨੇ। ਕਿਉਂ ਮਹਾਰਾਜ ਪਹੁੰਚੇ ਨੇ? ਜਿਨ੍ਹਾਂ ਵੀ ਦਿਲੋਂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੂੰ ਯਾਦ ਕੀਤਾ, ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਉਧਾਰ ਕਰਨ ਦੇ ਲਈ, ਉਹਨਾਂ ਦੇ ਮਨ ਦੇ ਵਿੱਚ ਉਸ ਪਰਮਾਤਮਾ ਦੇ ਮੰਤਰ ਨੂੰ ਦ੍ਰਿੜ ਕਰਨ ਦੇ ਲਈ ਪਹੁੰਚੇ ਨੇ। ਮੈਂ ਬੇਨਤੀ ਕਰਾਂ, ਦੁਨੀਆ ਦੇ ਅੰਦਰ ਮਰੀਜ਼ ਵੈਦਾਂ ਦੇ ਕੋਲ, ਡਾਕਟਰਾਂ ਦੇ ਕੋਲ ਜਾਂਦੇ ਨੇ, ਪਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਐਸੇ ਵੈਦ ਨੇ ਜਿਹੜੇ ਮਰੀਜ਼ਾਂ ਦੇ ਕੋਲ ਜਾ ਜਾ ਕਰਕੇ ਉਹਨਾਂ ਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਈਰਖਾ, ਬਖੀਲੀ, ਸਾੜਾ ਗਲਤ ਆਦਤਾਂ ਦਾ ਇਲਾਜ ਕੀਤਾ ਹੈ। ਬਾਬਾ ਨਾਨਕ ਜੀ ਐਸੇ ਵੈਦ ਨੇ ਜਿਹੜੇ ਮਰੀਜ਼ਾਂ ਦੇ ਕੋਲ ਜਾ ਜਾ ਕਰਕੇ ਉਹਨਾਂ ਦਾ ਇਲਾਜ ਕੀਤਾ ਹੈ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਘਾਟੈ ਜਮ ਕੀ ਫੰਦਾ। ਗੁਰੂ ਨਾਨਕ ਸਾਹਿਬ ਜੀ ਐਸੇ ਵੈਦ ਨੇ। ਖੈਰ, ਮੈਂ ਆਪਣੀ ਵਿਚਾਰ ਵੱਲ ਆਵਾਂ।
ਗੁਰੂ ਨਾਨਕ ਸਾਹਿਬ ਜੀ ਸੰਸਾਰ ਦਾ ਉਧਾਰ ਕਰਦੇ ਨੇ। ਰਾਜਾ ਸ਼ਿਵਨਾਭ ਕਹਿਣ ਲੱਗਾ ਕਿ ਇਹੋ ਜਿਹੇ ਮਹਾਨ ਗੁਰੂ ਦੇ ਦਰਸ਼ਨ ਮੈਨੂੰ ਵੀ ਹੋ ਸਕਦੇ ਨੇ। ਤੇ ਭਾਈ ਮਨਸੁਖ ਜੀ ਰਾਜੇ ਸ਼ਿਵਨਾਭ ਨੂੰ ਕਹਿੰਦੇ ਨੇ, ਮੇਰੇ ਗੁਰੂ ਦੀ ਇਹ ਵਡਿਆਈ ਹੈ, ਜਿਹੜਾ ਦਿਲੋਂ ਯਾਦ ਕਰਦਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਉਹਨਾਂ ਨੂੰ ਦਰਸ਼ਨ ਦਿਦਾਰੇ ਬਖਸ਼ਿਸ਼ ਕਰਦੇ ਨੇ। ਭਾਈ ਮਨਸੁਖ ਜੀ ਇਹ ਗੱਲ ਕਹਿ ਕਰਕੇ ਆਪ ਪੰਜਾਬ ਦੇ ਵਿੱਚ, ਕਿਉਂਕਿ ਇੱਕ ਵਪਾਰੀ ਸਨ, ਉਹਨਾਂ ਸਮਿਆਂ ਦੇ ਵਿੱਚ ਵਪਾਰ ਕਰਦੇ ਸਨ, ਵਪਾਰ ਕਰਨ ਦੇ ਲਈ ਸ਼੍ਰੀਲੰਕਾ ਦੇ ਵਿੱਚ ਗਏ ਸਨ। ਵਪਾਰ ਨੂੰ ਸਮੇਟ ਕਰਕੇ ਭਾਈ ਮਨਸੁਖ ਜੀ ਵਾਪਸ ਆ ਗਏ ਤੇ ਰਾਜੇ ਸ਼ਿਵਨਾਭ ਨੇ ਤਿਆਰੀਆਂ ਕਰ ਦਿੱਤੀਆਂ ਕਿ ਭਾਈ ਮਨਸੁਖ ਕਹਿੰਦਾ ਹੈ ਵੀ ਗੁਰੂ ਨਾਨਕ ਦੇਵ ਮਹਾਰਾਜ ਐਸੇ ਮਹਾਨ ਗੁਰੂ ਨੇ, ਜਿਹੜਾ ਦਿਲੋਂ ਯਾਦ ਕਰਦਾ ਹੈ, ਉਹਦੇ ਦਿਲ ਦੀ ਤਮੰਨਾ ਨੂੰ ਜਾਣਦਿਆਂ ਹੋਇਆਂ ਗੁਰੂ ਸਾਹਿਬ ਜੀ ਉਹਨੂੰ ਦਰਸ਼ਨ ਦਿਦਾਰੇ ਬਖਸ਼ਿਸ਼ ਕਰਦੇ ਨੇ। ਤੋ ਭਾਈ ਮਨਸੁਖ ਜੀ ਦੇ ਕਹੇ ਦੇ ਮੁਤਾਬਕ ਰਾਜੇ ਸ਼ਿਵਨਾਭ ਨੇ ਤਿਆਰੀਆਂ ਕਰ ਦਿੱਤੀਆਂ। ਕੀ ਤਿਆਰੀਆਂ ਕੀਤੀਆਂ ਨੇ ਕਿ ਸੰਗਲਾਦੀਪ ਸ਼ਹਿਰ ਦੇ ਵਿੱਚ ਪ੍ਰਵੇਸ਼ ਹੋਣ ਤੋਂ ਪਹਿਲਾਂ, ਐਂਟਰੀ ਤੋਂ ਪਹਿਲਾਂ ਇੱਕ ਬੜਾ ਸੁੰਦਰ ਬਾਗ ਹੈ, ਬੜੇ ਸੁੰਦਰ ਫੁੱਲ ਬੂਟੇ ਨੇ, ਤੇ ਉੱਥੇ ਆਪਣੇ ਪਹਿਰੇਦਾਰ ਅਹਿਲਕਾਰ ਖੜੇ ਕਰ ਦਿੱਤੇ ਵੀ ਜਦੋਂ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਉਣ ਤੇ ਮੈਨੂੰ ਤੁਸੀਂ ਖਬਰ ਕਰ ਦੇਣੀ ਹੈ, ਮੈਂ ਜਲਦੀ ਦੇ ਨਾਲ ਆਣ ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਬਣਦਾ ਸਤਿਕਾਰ ਕਰਾਂਗਾ, ਕਿਉਂਕਿ ਰਾਜਾ ਗੁਰੂ ਸਾਹਿਬ ਜੀ ਨੂੰ ਦਿਲੋਂ ਚਾਹੁੰਦਾ ਹੈ, ਮੈਂ ਬਣਦਾ ਸਤਿਕਾਰ ਕਰਾਂਗਾ। ਤਿਆਰੀਆਂ ਕਰ ਦਿੱਤੀਆਂ। ਤੇ ਜਦੋਂ ਉਹਨਾਂ ਸਮਿਆਂ ਦੇ ਵਿੱਚ ਵੀ ਪਖੰਡੀ ਸਨ, ਉਹਨਾਂ ਸਮਿਆਂ ਦੇ ਵਿੱਚ ਵੀ ਅਧੂਰੇ ਗੁਰੂ ਸਨ, ਮੈਂ ਬੇਨਤੀ ਕਰਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਜਿੱਥੇ ਗੁਰੂ ਦੀ ਗੱਲ ਆਈ ਹੈ, ਉੱਥੇ ਪਾਤਸ਼ਾਹ ਜੀ ਨੇ ਨਾਲ ਵੱਧ ਤੋਂ ਵੱਧ ਪੂਰਾ ਵੀ ਲਿਖਿਆ ਹੈ। ਜਦੋਂ ਮਰਜ਼ੀ ਪੜ੍ਹ ਲਓ, ਜਿੱਥੇ ਗੁਰੂ ਦੀ ਗੱਲ ਆਈ ਹੈ ਉੱਥੇ ਨਾਲ ਪੂਰਾ ਵੀ ਲਿਖਿਆ ਹੈ। ਪੂਰੇ ਗੁਰ ਕਾ ਸੁਣ ਉਪਦੇਸ਼, ਗੁਰ ਪੂਰੇ ਚਰਨੀ ਲਾਇਆ, ਗੁਰ ਪੂਰੇ ਕੀਤੀ ਪੂਰੀ। ਤੋ ਜਿੱਥੇ ਗੁਰੂ ਦੀ ਗੱਲ ਆਈ ਹੈ, ਗੁਰ ਪੂਰਾ ਭੇਟਿਓ ਵਡਭਾਗੀ ਮਣੈ ਭਇਆ ਪ੍ਰਗਾਸਾ। ਇਹਦਾ ਮਤਲਬ ਵੀ ਉਹਨਾਂ ਸਮਿਆਂ ਦੇ ਵਿੱਚ ਵੀ ਅਧੂਰੇ ਸਨ ਲੋਕ, ਉਹਨਾਂ ਸਮਿਆਂ ਦੇ ਵਿੱਚ ਵੀ ਨਕਲ ਚੱਲਦੀ ਸੀ। ਗੁਰਬਾਣੀ ਸਾਨੂੰ ਇਹ ਗੱਲ ਸਮਝਾਉਂਦੀ ਹੈ ਵੀ ਪੂਰੇ ਗੁਰੂ ਦੇ ਨਾਲ ਜੁੜਨਾ ਹੈ। ਨਾਨਕ ਕਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ, ਸੱਚਿਆਂ ਦੇ ਨਾਲ ਜੁੜਨਾ ਹੈ, ਕੱਚਿਆਂ ਤੋਂ ਬਚਣਾ ਹੈ। ਤੋ ਜਦੋਂ ਅਧੂਰੇ ਜਿਹੜੇ ਸਨ ਉਹਨਾਂ ਸਮਿਆਂ ਦੇ ਵਿੱਚ ਵੀ ਜਿਹੜੇ ਦੰਭੀ ਪਖੰਡੀ ਸਨ, ਉਹਨਾਂ ਨੇ ਕੀ ਕੀਤਾ ਕਿ ਆਪਣਾ ਨਾਮ ਨਾਨਕ ਰਖਵਾ ਕਰਕੇ ਨਾ ਤੇ ਰਾਜੇ ਸ਼ਿਵਨਾਭ ਦੇ ਇਸ ਬਾਗ ਦੇ ਵਿੱਚ ਆਉਣਾ ਸ਼ੁਰੂ ਕੀਤਾ। ਜਦੋਂ 2-4 ਰਾਜੇ ਸ਼ਿਵਨਾਭ ਦੇ ਨਾਲ ਮੇਲ ਪ੍ਰਾਪਤ ਹੋਇਆ, ਭਾਈ ਮਨਸੁਖ ਜੀ ਨੇ ਜਿਹੜੀ ਨਿਸ਼ਾਨੀ ਗੁਰੂ ਨਾਨਕ ਸਾਹਿਬ ਜੀ ਦੀ ਦੱਸੀ ਸੀ, ਇਹਨਾਂ ਅਧੂਰਿਆਂ ਤੇ ਝੂਠਿਆਂ ਦੇ ਵਿੱਚੋਂ ਉਹ ਬਖਸ਼ਿਸ਼ ਪ੍ਰਾਪਤ ਨਹੀਂ ਹੋਈ। ਪੂਰਾ ਗੁਰੂ ਤੇ ਆਨੰਦ ਦੇ ਦਿੰਦਾ ਹੈ। ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ, ਤਨ ਤੇ ਮਨ ਕਰਕੇ ਮਨੁੱਖ ਨਿਹਾਲ ਹੋ ਜਾਂਦਾ ਹੈ ਜਦੋਂ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਅਧੂਰੇ ਆਣੇ ਸ਼ੁਰੂ ਹੋ ਗਏ। ਜਦੋਂ ਰਾਜਾ ਸ਼ਿਵਨਾਭ ਮਿਲਦਾ ਇਹਨਾਂ ਦੇ ਨਾਲ, ਉਹ ਮਨ ਦੀ ਤਮੰਨਾ ਨਹੀਂ ਪੂਰੀ ਹੁੰਦੀ, ਉਹ ਮਨ ਨਿਹਾਲ ਨਹੀਂ ਹੁੰਦਾ, ਉਹ ਮਨ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਇਦੋਂ ਜ਼ਿਆਦਾ ਤੇ ਮਨ ਦੀ ਸ਼ਾਂਤੀ ਭਾਈ ਮਨਸੁਖ ਜੀ ਨੂੰ ਮਿਲ ਕਰਕੇ ਪ੍ਰਾਪਤ ਹੋ ਗਈ, ਤੇ ਭਾਈ ਮਨਸੁਖ ਜੀ ਦੇ ਗੁਰੂ ਨੂੰ ਮਿਲ ਕਰਕੇ ਜਿੰਨੀ ਸ਼ਾਂਤੀ ਪ੍ਰਾਪਤ ਹੋਣੀ ਸੀ ਨਹੀਂ ਪ੍ਰਾਪਤ ਹੋਈ। ਫਿਰ ਕੀ ਕੀਤਾ ਹੈ ਰਾਜੇ ਸ਼ਿਵਨਾਭ ਨੇ, ਇਸ ਬਾਗ ਦੇ ਵਿੱਚ ਸੁੰਦਰ ਸੁੰਦਰ ਔਰਤਾਂ ਇੱਥੇ ਲਿਆ ਕਰਕੇ ਬਿਠਾ ਦਿੱਤੀਆਂ ਵੀ ਜਿਹੜਾ ਵੀ ਅਧੂਰਾ ਗੁਰੂ ਆਵੇ, ਇੱਥੇ ਨਾਚ ਗਾਣਿਆਂ ਦੇ ਵਿੱਚ ਜਿਹੜਾ ਉਲਝ ਜਾਵੇ, ਪ੍ਰਭਾਵਿਤ ਹੋ ਜਾਵੇ ਨਾ, ਤੇ ਉਹਨੂੰ ਵਾਪਸ ਮੋੜ ਦਿਆ ਜੇ। ਤੇ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਆਉਣਗੇ ਨਾ, ਉਹ ਇਹਨਾਂ ਨਾਚ ਗਾਣਿਆਂ ਤੋਂ, ਦੁਨਿਆਵੀ ਨਾਟਕ ਚੇਟਕ ਤੋਂ, ਵਾਸ਼ਨਾਵਾਂ ਤੋਂ ਪ੍ਰਭਾਵਿਤ ਨਹੀਂ ਹੋਣਗੇ। ਐਸਾ ਕਰਨਾ ਸ਼ੁਰੂ ਕਰ ਦਿੱਤਾ। ਰਾਜੇ ਸ਼ਿਵਨਾਭ ਨੇ ਇਸ ਬਾਗ ਦੇ ਵਿੱਚ ਆਏ ਹੋਏ ਸਾਧੂਆਂ ਮਹਾਤਮਾ ਦੀ ਪ੍ਰੀਖਿਆ ਲੈਣ ਦੇ ਲਈ ਇਹੋ ਜਿਹਾ ਕਾਰਨਾਮਾ ਕੀਤਾ। ਹੁਣ ਜਦੋਂ ਕੋਈ ਅਧੂਰਾ ਆਉਂਦਾ ਹੈ, ਇਹ ਨਾਟਕ ਚਿੱਟ ਕੇ ਖਾਣ ਪੀਣ ਦੇ ਇਹ ਦੁਨਿਆਵੀ ਚਮਕ ਦਮਕ ਦੇ ਵਿੱਚ, ਮਾਇਆ ਦੇ ਪ੍ਰਭਾਵ ਦੇ ਵਿੱਚ ਉਲਝ ਜਾਂਦਾ ਹੈ, ਤੇ ਅਹਿਲਕਾਰ ਉਹਨੂੰ ਵਾਪਸ ਮੋੜ ਦਿੰਦੇ ਨੇ। ਬੜਾ ਲੰਬਾ ਸਮਾਂ ਗੁਜ਼ਰ ਗਿਆ। ਭਾਈ ਮਨਸੁਖ ਜੀ ਦੇ ਬਚਨਾਂ ਦੇ ਮੁਤਾਬਕ ਐਸਾ ਮਹਾਂਪੁਰਖ ਅਜੇ ਤੱਕ ਨਹੀਂ ਆਇਆ। ਰਾਜਾ ਸ਼ਿਵਨਾਭ ਜਿਹੜਾ ਹੈ ਉਹਦੇ ਮਨ ਦੇ ਵਿੱਚ ਤੜਫ ਹੈ। ਭਾਈ ਮਨਸੁਖ ਤੇ ਕਹਿੰਦਾ ਸੀ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਆਪਣੇ ਸਿੱਖਾਂ ਦੀ,
ਆਪਣੇ ਸੇਵਕਾਂ ਦੀ ਵੇਦਨਾ ਨੂੰ ਜਾਣਦਿਆਂ ਹੋਇਆਂ ਦਰਸ਼ਨ ਦਿਦਾਰੇ ਬਖਸ਼ਦੇ ਨੇ। ਸਮਾਂ ਤੇ ਬੜਾ ਲੰਬਾ ਗੁਜ਼ਰ ਗਿਆ ਹੈ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਅਜੇ ਤੱਕ ਦਰਸ਼ਨ ਦਿਦਾਰੇ ਨਹੀਂ ਬਖਸ਼ੇ। ਇਸ ਤਰ੍ਹਾਂ ਤੜਫਦਾ ਹੈ ਜਿਵੇਂ ਭਗਤ ਨਾਮਦੇਵ ਜੀ ਨੇ ਪਾਵਨ ਪਵਿੱਤਰ ਬਾਣੀ ਦੇ ਵਿੱਚ ਬਚਨ ਆਖੇ ਨੇ ਨਾ, ਮੋਇ ਲਾਗਤੀ ਤਾਲਾ ਬੇਲੀ, ਬਛਰੇ ਬਿਨ ਗਾਏ ਇਕੇਲੀ, ਪਾਣੀਆਂ ਬਿਨ ਮੀਨ ਤਲਫੇ, ਐਸੇ ਰਾਮ ਨਾਮਾ ਬਿਨ ਵਾਪਰੂ ਨਾਮਾ। ਜਿਸ ਜਿਗਿਆਸੂ ਦੀ ਤਮੰਨਾ ਹੋਵੇ ਨਾ ਪਰਮਾਤਮਾ ਦੇ ਮਿਲਾਪ ਦੇ ਲਈ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੇ ਸ਼ਾਂਤ ਨ ਆਵੇ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਹੈ ਨਾ, ਔਰ ਮੈਂ ਬੇਨਤੀ ਕਰਾਂ ਸ਼ਿਕਾਰੀ ਜਿਹੜਾ ਮੱਛੀ ਨੂੰ ਪਕੜਨ ਵਾਲਾ ਹੈ, ਮੱਛੀ ਨੂੰ ਮਾਰਨ ਦੇ ਲਈ ਕਿਸੇ ਤੇਜ਼ ਹਥਿਆਰ ਦੀ ਜ਼ਰੂਰਤ ਨਹੀਂ ਪੈਂਦੀ। ਮੱਛੀ ਨੂੰ ਪਾਣੀ ਦੇ ਵਿੱਚੋਂ 2-4 ਮਿੰਟ ਬਾਹਰ ਰੱਖ ਦਈਏ, ਉਹ ਤੜਫ ਤੜਫ ਕੇ ਆਪੇ ਮਰ ਜਾਂਦੀ ਏ। ਬਾਕੀ ਪਸ਼ੂ ਪੰਛੀਆਂ ਨੂੰ ਮਾਰਨ ਦੇ ਲਈ ਤੇਜ਼ ਧਾਰ ਹਥਿਆਰ ਦੀ ਜ਼ਰੂਰਤ ਹੈ, ਪਰ ਮੱਛੀ ਨੂੰ ਪਾਣੀ ਦੇ ਵਿੱਚੋਂ ਬਾਹਰ ਕੁਝ ਮਿੰਟ ਕੱਢ ਦਈਏ, ਉਹ ਤੜਫ ਤੜਫ ਕੇ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ। ਤੋ ਭਗਤ ਨਾਮਦੇਵ ਜੀ ਕਹਿੰਦੇ ਨੇ, ਮੋਏ ਲਾਗਤੀ ਤਾਲਾ ਬੇਲੀ। ਤਾਲਾ ਬੇਲੀ ਦਾ ਮਤਲਬ ਬੇਚੈਨੀ ਹੈ। ਕੈਸੀ ਬੇਚੈਨੀ ਹੈ? ਬਛਰੇ ਬਿਨ ਗਾਏ ਇਕੇਲੀ, ਜਿਵੇਂ ਵੱਛੇ ਤੋਂ ਬਿਨਾਂ ਗਊ ਬੇਚੈਨ ਹੋ ਜਾਂਦੀ ਹੈ। ਪਾਣੀਆਂ ਬਿਨ ਮੀਣ ਤਲਫ ਹੈ, ਜਿਵੇਂ ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ। ਐਸੇ ਰਾਮ ਨਾਮਾ ਬਿਨ ਵਾਪਰੋ ਨਾਮਾ। ਐਸੇ ਤਰ੍ਹਾਂ ਹੀ ਰਾਜੇ ਸ਼ਿਵਨਾਭ ਦਾ ਮਨ ਤੜਫਦਾ ਹੈ ਕਿ ਕਿਹੜਾ ਸਮਾਂ ਆਵੇ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਮੈਨੂੰ ਦਰਸ਼ਨ ਦਿਦਾਰੇ ਪ੍ਰਾਪਤ ਹੋਣ। ਪਖੰਡੀ ਤੇ ਬੜੇ ਆਉਂਦੇ ਨੇ, ਜਿਹੜਾ ਵੀ ਆਉਂਦਾ ਹੈ ਇੱਥੋਂ ਦੇ ਨਾਟਕ ਚੇਟਕ ਦੇ ਵਿੱਚ, ਇੱਥੇ ਨਾਚ ਗਾਣਿਆਂ ਦੇ ਵਿੱਚ, ਇੱਥੋਂ ਦੀ ਦੁਨਿਆਵੀ ਚਮਕ ਦਮਕ ਦੇ ਵਿੱਚ ਉਲਝ ਜਾਂਦਾ ਹੈ, ਮਾਇਆ ਦੇ ਵਿੱਚ ਉਲਝ ਜਾਂਦਾ ਹੈ, ਵਾਸ਼ਨਾ ਦੇ ਵਿੱਚ ਉਲਝ ਜਾਂਦਾ ਹੈ, ਨਾਚ ਗਾਣਿਆਂ ਦੇ ਵਿੱਚ ਉਲਝ ਜਾਂਦਾ ਹੈ। ਕਿਉਂਕਿ ਪਰਖ ਕਰਨ ਦੇ ਲਈ ਰਾਜੇ ਸ਼ਿਵਨਾਭ ਨੇ ਇੱਥੇ ਕਈ ਪ੍ਰਕਾਰ ਦੇ ਇੰਤਜ਼ਾਮ ਕੀਤੇ ਹੋਏ ਨੇ ਕਿ ਬਾਰ-ਬਾਰ ਮੈਨੂੰ ਪਖੰਡੀਆਂ ਦੇ ਨਾਲ ਮਿਲਾਪ ਪ੍ਰਾਪਤ ਨਾ ਹੋਵੇ, ਮੈਨੂੰ ਅਧੂਰਿਆਂ ਦੇ ਨਾਲ ਮਿਲਾਪ ਪ੍ਰਾਪਤ ਨਾ ਹੋਵੇ। ਪਰਖ ਕੇ ਅਹਿਲਕਾਰਾਂ ਨੂੰ ਕਿਹਾ ਮੇਰੇ ਕੋਲ ਲੈ ਕਰਕੇ ਆਇਆ ਜੇ, ਮੈਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਨੇ। ਜੋ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ, ਸੱਚ ਸੱਚਾ ਸਤਿਗੁਰ ਪੁਰਖ ਹੈ, ਜਿਨ ਕਾਮ ਕ੍ਰੋਧ ਬਿਖ ਮਾਰਿਆ। ਗੁਰੂ ਅਕਾਲ ਪੁਰਖ ਦਾ ਰੂਪ ਹੈ, ਸਤਿਗੁਰ ਦਾ ਗੁਰੂ ਦਾ ਰੂਪ, ਗੁਰੂ ਅਕਾਲ ਪੁਰਖ ਦਾ ਰੂਪ ਹੈ, ਜਿਹਨੇ ਕਾਮ ਤੇ ਕ੍ਰੋਧ ਨੂੰ ਮਾਰ ਲਿਆ ਹੈ। ਇਸੇ ਤਰ੍ਹਾਂ ਬੜੇ ਦੰਭੀ ਪਖੰਡੀ ਆਏ, ਉਲਝ ਗਏ। ਅੱਜ ਰਾਜੇ ਸ਼ਿਵਨਾਭ ਦੇ ਭਾਗ ਖੁੱਲੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਮਰਦਾਨਾ ਸਾਹਿਬ ਜੀ ਨੂੰ ਨਾਲ ਲੈ ਕਰਕੇ ਰਾਜੇ ਸ਼ਿਵਨਾਭ ਦੀ ਅੰਦਰ ਦੀ ਵੇਦਨਾ ਵਿਥਿਆ ਨੂੰ ਜਾਣਦਿਆਂ ਹੋਇਆਂ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਬਾਗ ਦੇ ਵਿੱਚ ਪਹੁੰਚ ਗਏ। ਰਾਜੇ ਸ਼ਿਵਨਾਭ ਨੇ ਜਿੱਥੇ ਤਿਆਰੀਆਂ ਕੀਤੀਆਂ ਹੋਈਆਂ ਨੇ, ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਾਮ ਸਮੇਂ ਇੱਥੇ ਪਹੁੰਚੇ ਨੇ। ਜਿਵੇਂ ਦੂਜੇ ਸਾਧੂ ਮਹਾਤਮਾ ਦੀ ਸੇਵਾ ਕੀਤੀ ਜਾਂਦੀ ਸੀ, ਅਹਿਲਕਾਰਾਂ ਨੇ ਖਾਣ ਪੀਣ ਦਾ ਇੰਤਜ਼ਾਮ ਕੀਤਾ। ਔਰ ਮਹਾਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਜ਼ਿਕਰ ਕੀਤਾ ਹੈ ਕਿ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਸ ਬਾਗ ਦੇ ਵਿੱਚ ਪ੍ਰਵੇਸ਼ ਕੀਤਾ ਹੈ, ਸੁੱਕੇ ਹੋਏ ਦਰਖਤਾਂ ਦੇ ਵਿੱਚੋਂ ਕਰੂੰਬਲੀਆਂ ਨਿਕਲ ਗਈਆਂ ਨੇ। ਸੁੱਕੇ ਹੋਏ ਦਰਖਤ ਜਿਹੜੇ ਨੇ ਹਰੇ ਭਰੇ ਹੋ ਗਏ ਨੇ। ਅਹਿਲਕਾਰਾਂ ਨੇ ਦੇਖਿਆ, ਅੱਜ ਲੱਗਦਾ ਹੈ ਕਿ ਇਸ ਬਾਗ ਦੇ ਵਿੱਚ ਕੋਈ ਪੁੱਜਿਆ ਹੋਇਆ ਮਹਾਂਪੁਰਖ ਪਹੁੰਚਿਆ ਹੈ। ਉਹਨਾਂ ਨੂੰ ਭਿਣਕ ਪਈ। ਸ਼ਾਮ ਦਾ ਸਮਾਂ ਹੋਇਆ, ਜਿਵੇਂ ਨਾਚ ਗਾਣੇ ਸ਼ੁਰੂ ਹੋ ਗਏ, ਔਰਤਾਂ ਦੇ ਨਾਚ ਗਾਣੇ ਸ਼ੁਰੂ ਹੋ ਗਏ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਆਣ ਕਰਕੇ ਜਿਵੇਂ ਦੂਜੇ ਦੰਭੀਆਂ ਪਖੰਡੀਆਂ ਨੂੰ ਲੁਭਾਏ ਮਾਨ ਕਰਦੀਆਂ ਹੁੰਦੀਆਂ ਸਨ ਔਰਤਾਂ ਨਾਚ ਗਾਣਿਆਂ ਦੇ ਨਾਲ, ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਸਨਮੁਖ ਜਦੋਂ ਇਹ ਔਰਤਾਂ ਪਹੁੰਚੀਆਂ ਨੇ ਤੇ ਗੁਰੂ ਬਾਬਾ ਜੀ ਨੇ ਪਤਾ ਕੀ ਕਿਹਾ ਉੱਥੇ? ਗਾਛੋ ਪੁੱਤਰੀ ਰਾਜ ਕੁਵਾਰ, ਨਾਮ ਭਨੋ ਸੱਚ ਦੋਤ ਸਵਾਰ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਹੇ ਪੁੱਤਰੀਓ, ਤੁਸੀਂ ਆਪਣੇ ਆਪ ਨੂੰ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੋੜਨਾ ਕਰੋ। ਗਾਛੋ ਪੁੱਤਰੀ ਰਾਜ ਕੁਵਾਰ, ਹੇ ਰਾਜੇ ਮਹਾਰਾਜੇ ਦੇ ਭੇਜੀਆਂ ਹੋਈਆਂ ਰਾਜਕੁਮਾਰੀਓ ਔਰਤੋ, ਮੇਰੀਓ ਪੁੱਤਰੀਓ, ਨਾਮ ਭਨੋ ਸੱਚ ਦੋਤ ਸਵਾਰ। ਇਹ ਨਾਚ ਗਾਣਿਆਂ ਨੂੰ, ਇਹ ਦੁਨੀਆ ਦੀ ਚਮਕ ਦਮਕ ਨੂੰ ਛੱਡ ਕਰਕੇ, ਨੱਚਣ ਗਾਉਣ ਨੂੰ ਛੱਡ ਕਰਕੇ
ਨਾਮ ਭਨੋ, ਪ੍ਰਭੂ ਪਰਮਾਤਮਾ ਦੇ ਨਾਮ ਨੂੰ ਜਪੋ। ਸੱਚ ਦੋਤ ਸਵਾਰ, ਜਦੋਂ ਸੱਚੇ ਪਰਮਾਤਮਾ ਦੇ ਨਾਲ ਜੁੜੋਗੀਆਂ ਨਾ, ਦੋਤ ਦਾ ਮਤਲਬ ਹੈ ਦੋਵੇਂ, ਲੋਕ ਦਾ ਮਤਲਬ ਹੈ ਸਵਾਰ ਲਵੋਗੇ, ਤੁਹਾਡਾ ਲੋਕ ਤੇ ਪਰਲੋਕ ਜਿਹੜਾ ਹੈ ਇਹ ਸਫਲ ਹੋ ਜਾਵੇਗਾ। ਜਦੋਂ ਗੁਰੂ ਬਾਬਾ ਜੀ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਇਹ ਰਾਜ ਕੁਮਾਰੀਆਂ ਨੇ ਜਿਹੜੀਆਂ ਗੁਰੂ ਬਾਬਾ ਜੀ ਨੂੰ ਜਾਂ ਪਹਿਲਾਂ ਵਾਲੇ ਆਏ ਹੋਏ ਦੰਭੀਆਂ ਪਖੰਡੀਆਂ ਨੂੰ ਲਵਾਉਣ ਦਾ ਯਤਨ ਕਰਦੀਆਂ ਨੇ, ਗੁਰੂ ਸਾਹਿਬ ਜੀ ਦੇ ਸਨਮੁਖ ਜਦੋਂ ਆਈਆਂ, ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਪੁੱਤਰੀਆਂ ਕਿਹਾ। ਗਾਛੋ ਪੁੱਤਰੀ ਰਾਜ ਕੁਵਾਰ, ਨਾਮ ਭਨੋ ਸੱਚ ਦੋਤ ਸਵਾਰ। ਹੇ ਪੁੱਤਰੀਓ, ਪਰਮਾਤਮਾ ਦਾ ਨਾਮ ਉਚਾਰਨ ਕਰੋ, ਤੁਹਾਡਾ ਦੋਤ ਸਵਾਰ, ਤੁਹਾਡਾ ਲੋਕ ਤੇ ਪਰਲੋਕ ਦੋਵੇਂ ਸਫਲ ਹੋ ਜਾਣਗੀਆਂ। ਤੋ ਇਹਨਾਂ ਨੇ ਨੱਚਣ ਗਾਉਣ ਦੀ ਬਜਾਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਢਹਿ ਪਈਆਂ, ਮਹਾਰਾਜ ਦਾ ਚਰਨ ਸਪਰਸ਼ ਕੀਤਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਮਰਦਾਨਾ ਸਾਹਿਬ ਜੀ ਨੂੰ ਆਖਿਆ, ਰਬਾਬ ਵਜਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਨਾਚ ਗਾਣੇ ਦਾ ਪ੍ਰਵਾਹ ਚੱਲ ਰਿਹਾ ਸੀ, ਬਾਬਾ ਜੀ ਨੇ ਕੀਰਤਨ ਕੀਤਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਸ਼ਬਦ ਦਾ ਉਚਾਰਨ ਕੀਤਾ। ਜਿੱਥੇ ਅਸ਼ਲੀਲਤਾ, ਜਿੱਥੇ ਨਾਚ ਗਾਣੇ, ਜਿੱਥੇ ਦੁਨੀਆ ਦੀ ਚਮਕ ਦਮਕ ਸੀ, ਉੱਥੇ ਕੀਰਤਨ ਦਾ ਪ੍ਰਵਾਹ ਚੱਲ ਗਿਆ। ਉੱਥੇ ਕੀਰਤਨ ਨਿਰਮੋਲਕ ਹੀਰੇ ਦਾ ਪ੍ਰਵਾਹ ਚੱਲ ਗਿਆ। ਜਿੱਥੇ ਦੁਨੀਆ ਦੀ ਚਮਕ ਮੰਗ ਲੁਭਾਏ ਮਾਨ ਕਰਦੀ ਸੀ, ਉੱਥੇ ਸ਼ਾਂਤੀ ਵਰਤ ਗਈ। ਅੱਧੀ ਰਾਤ ਸਮੇਂ ਜਾ ਕਰਕੇ ਇਹ ਬੱਚੀਆਂ, ਇਹ ਰਾਜ ਕੁਮਾਰੀਆਂ ਨੇ, ਇੱਥੋਂ ਦੇ ਅਹਿਲਕਾਰਾਂ ਨੇ ਜਾ ਕਰਕੇ ਉਸ ਰਾਜੇ ਸ਼ਿਵਨਾਭ ਦੇ ਅੱਗੇ ਬੇਨਤੀ ਕੀਤੀ, ਹੈ ਰਾਜਨ, ਤੁਹਾਨੂੰ ਲੱਖ ਲੱਖ ਵਧਾਈਆਂ ਹੋਣ। ਜਿਸ ਮਨੁੱਖ ਦੀ ਭਾਲ ਦੇ ਵਿੱਚ, ਜਿਸ ਗੁਰੂ ਦੀ ਮਿਲਾਪ ਦੀ ਤਾਂਘ ਦੇ ਵਿੱਚ ਤੁਹਾਨੂੰ ਬੜਾ ਲੰਬਾ ਸਮਾਂ ਹੋ ਗਿਆ ਹੈ, ਮਿਲਾਪ ਦੇ ਲਈ ਤੁਸੀਂ ਤੜਫ ਰਹੇ ਹੋ, ਅੱਜ ਉਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਇਸ ਸੰਗਲਾ ਦੀਪ ਦੇ ਵਿੱਚ, ਉਸ ਤੁਹਾਡੇ ਬਾਗ ਦੇ ਵਿੱਚ ਪਹੁੰਚ ਚੁੱਕੇ ਨੇ। ਤੇ ਰਾਜਾ ਅੱਧੀ ਰਾਤ ਦੇ ਸਮੇਂ ਖਬਰ ਪ੍ਰਾਪਤ ਹੋਈ, ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਰਾਜਾ ਆਪਣੇ ਪਰਿਵਾਰ ਸਮੇਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੂੰ ਆਪਣੇ ਘਰ ਦੇ ਵਿੱਚ ਲਿਜਾਉਣ ਦੇ ਲਈ, ਆਪਣੇ ਗ੍ਰਹਿ ਪ੍ਰਵੇਸ਼ ਦੇ ਲਈ ਆਪਣੇ ਆਪ ਨੂੰ ਵਡਭਾਗਾ ਸਮਝਦਾ ਏ, ਪਰਿਵਾਰ ਸਮੇਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਸਤਿਕਾਰ ਦੇ ਲਈ ਉਸ ਬਾਗ ਦੇ ਵਿੱਚ ਪਹੁੰਚਿਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੇ ਮਰਦਾਨਾ ਸਾਹਿਬ ਜੀ ਨੂੰ ਆਪਣੇ ਘਰ ਦੇ ਵਿੱਚ ਲੈ ਕਰਕੇ ਗਿਆ, ਆਪਣੇ ਆਪ ਨੂੰ ਵਡਭਾਗੀ ਬਣਾਇਆ। ਤੋ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਬਖਸ਼ਿਸ਼ ਕਰ ਰਹੇ ਨੇ। ਇਸ ਪਾਵਨ ਪਵਿੱਤਰ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਮੈਨੂੰ ਉਹ ਅਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ ਸ਼੍ਰੀ ਲੰਕਾ ਦੇ ਵਿੱਚ, ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਰਾਜੇ ਸ਼ਿਵਨਾਭ ਦੇ ਗ੍ਰਹਿ ਦੇ ਵਿੱਚ ਪ੍ਰਵੇਸ਼ ਕੀਤਾ। ਅੱਜ ਉਸ ਥਾਂ ਦੇ ਉੱਤੇ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਹੈ, ਉਸ ਰਾਜੇ ਦੇ ਘਰ ਦੇ ਵਿੱਚ ਗੁਰਦੁਆਰਾ ਹੈ। ਤੇ ਉੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਨੇ। ਮੈਂ ਬੇਨਤੀ ਕਰਾਂ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂੜ ਮੁਖ ਲਾਵਾ। ਜਿੱਥੇ ਗੁਰੂ ਸਾਹਿਬ ਜੀ ਦੇ ਚਰਨ ਪੈ ਜਾਂਦੇ ਨੇ, ਉਹ ਥਾਂ ਸੁਖਦਾਈ ਤੇ ਸੁਹਾਵਣਾ ਬਣ ਜਾਂਦਾ ਹੈ। ਮੈਂ ਬੇਨਤੀ ਕਰਾਂ, ਇਸ ਦਿੱਲੀ ਦੇ ਵਿੱਚ ਹੀ, ਦੁਨੀਆ ਦੇ ਵਿੱਚ, ਇਸ ਦਿੱਲੀ ਦੇ ਵਿੱਚ ਬੜੇ ਬੜੇ ਬੰਗਲੇ ਹੋਣਗੇ। ਜੇ ਰਾਜਾ ਜੈ ਸਿੰਘ ਦਾ ਬੰਗਲਾ ਅੱਜ ਬੰਗਲਾ ਸਾਹਿਬ ਬਣਿਆ ਹੋਇਆ ਹੈ, ਔਰੰਗਜ਼ੇਬ ਦਾ ਬੰਗਲਾ ਕਿੰਨਾ ਸੁੰਦਰ ਹੋਵੇਗਾ। ਪਰ ਔਰੰਗਜ਼ੇਬ ਦੇ ਬੰਗਲੇ ਨੂੰ ਅੱਜ ਤੱਕ ਕਿਸੇ ਨੇ ਬੰਗਲਾ ਸਾਹਿਬ ਨਹੀਂ ਕਿਹਾ। ਪਰ ਜਿੱਥੇ ਰਾਜਾ ਜੈ ਸਿੰਘ ਦੇ ਬੰਗਲੇ ਦੇ ਵਿੱਚ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਪਏ, ਉਹਦੀ ਕੋਠੀ, ਉਹਦਾ ਬੰਗਲਾ ਅੱਜ ਬੰਗਲਾ ਸਾਹਿਬ ਬਣ ਗਿਆ। ਕਿਉਂਕਿ ਜਿੱਥੇ ਗੁਰੂ ਦੇ ਚਰਨ ਪੈ ਜਾਂਦੇ ਨੇ, ਉਹ ਥਾਂ ਸਤਿਕਾਰਯੋਗ ਬਣ ਜਾਂਦੀ ਏ, ਉਹ ਸ਼ੋਭਨੀਕ ਬਣ ਜਾਂਦੀ ਏ ਔਰ ਸੁਹਾਵਣੀ ਬਣ ਜਾਂਦੀ ਹੈ। ਤੋ ਦਿੱਲੀ ਦੇ ਵਿੱਚ ਹੋਰ ਵੀ ਜਿੱਥੇ ਜਿੱਥੇ ਸੱਚੇ ਪਾਤਸ਼ਾਹ 10 ਪਾਤਸ਼ਾਹੀਆਂ ਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਚਰਨ ਪੈ, ਉਹ ਥਾਂ ਸ਼ੋਭਨੀਕ ਨੇ, ਉਹਨਾਂ ਨੂੰ ਸਤਿਕਾਰਿਆ ਜਾਂਦਾ ਹੈ। ਉੱਥੇ ਕਥਾ ਕੀਰਤਨ ਦੇ ਲੰਗਰਾਂ ਦੇ ਪ੍ਰਵਾਹ ਚੱਲਦੇ ਨੇ। ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਕਹਿੰਦੇ ਨੇ, ਮੇਰਾ ਗੁਰੂ ਉਹ ਅਕਾਲ ਪੁਰਖ ਦਾ ਰੂਪ ਹੈ, ਸੱਚ ਸੱਚਾ ਸਤਿਗੁਰ ਪੁਰਖ ਹੈ। ਮੇਰਾ ਸਤਿਗੁਰੂ ਸੱਚਾ ਹੈ, ਮਹਾਨ ਹੈ, ਬਖਸ਼ਾਂ ਕਰਨ ਵਾਲਾ ਹੈ। ਕਿਉਂ? ਕਿਉਂਕਿ ਜਿਨ ਕਾਮ ਕ੍ਰੋਧ ਬਿਖ ਮਾਰਿਆ, ਜਿਨੇ ਕਾਮ ਜ਼ਹਿਰ ਨੂੰ, ਕ੍ਰੋਧ ਜ਼ਹਿਰ ਨੂੰ, ਲੋਭ ਮੋਹ ਆਦਿਕ ਨੂੰ ਮਾਰ ਦਿੱਤਾ ਹੈ, ਖਤਮ ਕਰ ਦਿੱਤਾ ਹੈ, ਆਪਣੇ ਕਾਬੂ ਦੇ ਵਿੱਚ ਕਰ ਲਿਆ ਹੈ।
ਜਾਂ ਡਿੱਠਾ ਪੂਰਾ ਸਤਿਗੁਰੂ ਤਾਂ ਅੰਦਰੋਂ ਮਨ ਸਾਧਾਰਿਆ। ਜਾਂ ਦਾ ਮਤਲਬ ਹੈ ਜਦੋਂ ਡਿੱਠਾ ਪੂਰਾ ਸਤਿਗੁਰੂ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ ਪਹਿਲੀ ਵਾਰ ਜਦੋਂ ਮੈਂ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਨਾ ਤਾਂ ਅੰਦਰੋਂ ਮਨ ਸਾਧਾਰਿਆ, ਮੇਰੇ ਅੰਦਰੋਂ ਹੀ ਮੈਨੂੰ ਬੜਾ ਵੱਡਾ ਧੀਰਜ ਪ੍ਰਾਪਤ ਹੋਇਆ। ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਦੋਂ ਆਪਾਂ ਜੀਵਨ ਪੜ੍ਹਦੇ ਹਾਂ, ਜਿਸ ਮਾਸੂਮ ਬੱਚੇ ਭਾਈ ਜੇਠਾ ਜੀ ਦੀ 6 ਸਾਲ ਦੀ ਉਮਰ ਦੇ ਵਿੱਚੋਂ ਮਾਤਾ ਪਿਤਾ ਦੁਨੀਆ ਤੋਂ ਚਲੇ ਜਾਣ, 9 ਸਾਲ ਦੀ ਉਮਰ ਦੇ ਵਿੱਚ ਵਡੇਰੀ ਨਾਨੀ ਵੀ ਦੁਨੀਆ ਤੋਂ ਚਲੀ ਗਈ, ਯਤੀਮ ਹੋ ਗਏ, ਅਨਾਥ ਹੋ ਗਏ, ਪਰ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ 9 ਸਾਲ ਦੇ ਬੱਚੇ ਨੂੰ ਉਹ ਧੀਰਜ ਪ੍ਰਾਪਤ ਹੋਇਆ ਜਿਹੜੀਆਂ ਅੱਜ ਬਖਸ਼ਾਂ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚੋਂ ਪ੍ਰਾਪਤ ਹੋ ਰਹੀਆਂ ਨੇ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਜਦੋਂ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕੀਤੇ ਨਾ ਤੇ ਇਸ ਯਤੀਮ ਦੇ ਮਨ ਦੇ ਵਿੱਚ ਬੜਾ ਧੀਰਜ ਤੇ ਹੌਸਲਾ ਪੈਦਾ ਹੋਇਆ। ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਗੁਰੂ ਦੇ ਦਰਸ਼ਨ ਕੀਤੇ ਤਾਂ ਅੰਦਰੋਂ ਮਨ ਸਾਧਾਰਿਆ, ਮੈਨੂੰ ਅੰਦਰੋਂ ਖੁਸ਼ੀ ਪ੍ਰਾਪਤ ਹੋਈ, ਅੰਦਰੋਂ ਧੀਰਜ ਪ੍ਰਾਪਤ ਹੋਇਆ। ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁੰਮ ਵਾਰਿਆ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਮੈਂ ਆਪਣੇ ਗੁਰੂ ਤੋਂ ਸਦਕੇ ਵਾਰਨੇ ਬਲਿਹਾਰ ਤੇ ਕੁਰਬਾਨ ਜਾਂਦਾ ਹਾਂ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਜੇ 100 ਚੰਦਾ ਉਗਵੈ ਸੂਰਜ ਚੜ੍ਹੇ 1000, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਬਾਰ-ਬਾਰ ਬਾਣੀ ਦੇ ਵਿੱਚ ਗੁਰੂ ਦੀ ਮਹਾਨਤਾ ਨੂੰ ਬਿਆਨ ਕੀਤਾ ਗਿਆ ਹੈ। ਗੁਰੂ ਮਹਾਨ ਹੈ, ਗੁਰੂ ਦੀ ਮਹਿਮਾ ਬਹਾਨ ਹੈ। ਤੋ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਬਲਿਹਾਰੀ ਗੁਰ ਆਪਣੇ, ਮੈਂ ਆਪਣੇ ਗੁਰੂ ਤੋਂ ਸਦਕੇ ਵਾਰਨੇ ਬਲਿਹਾਰ ਕੁਰਬਾਨ, ਸਦਾ ਸਦਾ ਘੁੰਮ ਵਾਰਿਆ, ਹਰ ਵੇਲੇ ਬਲਿਹਾਰ ਤੇ ਕੁਰਬਾਨ ਜਾਂਦਾ ਹਾਂ। ਤੋ ਅਖੀਰ ਵਿੱਚ ਪਾਤਸ਼ਾਹ ਜੀ ਕਹਿੰਦੇ ਨੇ ਗੁਰਮੁਖ ਜਿੱਤਾ ਮਨਮੁਖ ਹਾਰਿਆ। ਗੁਰਬਾਣੀ ਦੇ ਅੰਦਰ ਗੁਰਮੁਖ ਤੇ ਮਨਮੁਖ ਆਇਆ ਹੈ। ਗੁਰਮੁਖ ਕਿਹਨੂੰ ਕਿਹਾ ਜਾਂਦਾ ਹੈ? ਜਿਹੜਾ ਹਰੇਕ ਕੰਮ ਗੁਰੂ ਕੋਲੋਂ ਪੁੱਛ ਕਰਕੇ ਕਰਦਾ ਹੈ, ਜਿਹਦਾ ਮੁਖ ਗੁਰੂ ਵੱਲ ਹੈ ਉਹਨੂੰ ਗੁਰਮੁਖ ਕਿਹਾ ਜਾਂਦਾ ਹੈ। ਤੇ ਜਿਹਦਾ ਮੁਖ ਮਨ ਵੱਲ ਹੈ, ਜਿਹੜਾ ਮਨ ਕੋਲੋਂ ਪੁੱਛ ਕੇ ਕੰਮ ਕਰਦਾ ਹੈ, ਮਨ ਤੇ ਸਿੱਧੇ ਪਾਸੇ ਜਾਣ ਹੀ ਨਹੀਂ ਦਿੰਦਾ। ਮਨ ਲੋਚੈ ਬੁਰਾਈਆਂ ਗੁਰ ਸ਼ਬਦੀ ਇਹ ਮਨ ਹੋੜੀਐ। ਮਨ ਦੇ ਪਿੱਛੇ ਲੱਗਣ ਵਾਲੇ ਨੂੰ ਮਨਮੁਖ ਕਿਹਾ ਜਾਂਦਾ ਹੈ। ਗੁਰੂ ਦੇ ਪਿੱਛੇ ਗੁਰੂ ਕੋਲੋਂ ਪੁੱਛ ਕਰਕੇ ਜੀਵਨ ਦੇ ਫੈਸਲੇ ਲੈਣ ਵਾਲੇ ਨੂੰ ਗੁਰਮੁਖ ਕਿਹਾ ਜਾਂਦਾ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਲਈ ਸੰਸਾਰ ਦੇ ਅੰਦਰ ਜਿਹੜਾ ਗੁਰੂ ਦੇ ਆਖੇ ਲੱਗਦਾ ਹੈ, ਗੁਰੂ ਦੇ ਹੁਕਮ ਦੇ ਅਨੁਸਾਰ ਚੱਲਦਾ ਹੈ, ਉਹ ਜੀਵਨ ਦੀ ਬਾਜੀ ਜਿੱਤ ਜਾਂਦਾ ਹੈ। ਉਹਦਾ ਇਹ ਮਨੁੱਖਾ ਜੀਵਨ ਸਫਲ ਹੋ ਜਾਂਦਾ ਹੈ। ਤੇ ਜਿਹੜਾ ਮਨਮੁਖ ਹੈ ਤੇ ਉਹ ਜਿਹੋ ਜਿਹਾ ਸੰਸਾਰ ਵਿੱਚ ਆਇਆ ਇਹੋ ਜਿਹਾ ਚਲਾ ਜਾਂਦਾ ਹੈ। ਉਹ ਜੀਵਨ ਦੀ ਬਾਜੀ ਹਾਰ ਕੇ ਜਾਂਦਾ ਹੈ। ਜਿਉਂ ਆਇਆ ਤਿਉ ਜਾਵੇ ਬੌਰੇ, ਜਿਉਂ ਜਨਮੇ ਤਿਉ ਮਰਨ ਭਇਆ। ਗੁਰਮੁਖ ਮਨੁੱਖ ਸੰਸਾਰ ਵਿੱਚ ਆਉਂਦਾ ਹੈ, ਭਲਾ ਕਰਦਾ ਹੈ, ਦੁਨੀਆ ਉਹਨੂੰ ਯਾਦ ਕਰਦੀ ਏ। ਪਰ ਮਨਮੁਖ ਮਨੁੱਖ ਜਿਹੜਾ ਹੈ ਉਹ ਸੰਸਾਰ ਵਿੱਚ ਆਉਂਦਾ ਹੈ, ਨਾ ਉਹਦੇ ਆਏ ਦਾ ਸੰਸਾਰ ਦੇ ਵਿੱਚ ਕਿਸੇ ਨੂੰ ਫਾਇਦਾ ਹੈ, ਨਾ ਗਏ ਦਾ ਨੁਕਸਾਨ ਹੈ। ਜਿਵੇਂ ਮੱਖੀਆਂ ਮੱਛਰ ਰੋਜ਼ ਪਤਾ ਨਹੀਂ ਕਿੰਨੇ ਪੈਦਾ ਹੁੰਦੇ ਨੇ, ਜੀਵ ਜੰਤੂ ਪੈਦਾ ਹੁੰਦੇ ਨੇ, ਹਫ਼ਤੇ 10 ਦਿਨ ਦੀ ਜ਼ਿੰਦਗੀ ਗੁਜ਼ਾਰ ਕਰਕੇ ਚਲੇ ਜਾਂਦੇ ਨੇ, ਨਾ ਉਹਨਾਂ ਦੇ ਆਇਆਂ ਦਾ ਫਾਇਦਾ ਹੈ, ਨਾ ਗਿਆਂ ਦਾ ਨੁਕਸਾਨ ਹੈ। ਇਸੇ ਤਰ੍ਹਾਂ ਗੁਰਮੁਖ ਮਨੁੱਖ ਜੀਵਨ ਦੀ ਬਾਜੀ ਨੂੰ ਜਿੱਤ ਲੈਂਦਾ ਹੈ, ਮਨਮੁਖ ਹਾਰ ਜਾਂਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਪੌੜੀ ਦੇ ਅੰਦਰ ਜੋ ਵਿਚਾਰ ਬਖਸ਼ਿਸ਼ ਕੀਤੀ ਹੈ, ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਨ ਇਸ ਪਾਵਨ ਬਾਣੀ ਦਾ ਭਾਵ ਦਾਸ ਦੇ ਤੁਹਾਡੇ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ, ਤਾਂ ਕਿ ਸਾਡੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਵਿਆਪੇ ਮੇਲੇ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਬਹੁਤ ਬਹੁਤ ਧੰਨਵਾਦ। ਜੁਗੋ ਜੁਗਾ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਤੁਹਾਨੂੰ ਸਾਨੂੰ ਇਹ ਪਾਵਨ ਪਵਿੱਤਰ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਬਹੁਤ ਬਹੁਤ ਧੰਨਵਾਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਦਾਸ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਸਮਾਂ ਬਖਸ਼ਿਸ਼ ਕੀਤਾ ਹੈ। ਇੱਥੋਂ ਦੇ ਹੈਡ ਗ੍ਰੰਥੀ ਸਾਹਿਬ ਭਾਈ ਸਾਹਿਬ ਭਾਈ ਹਰਨਾਮ ਸਿੰਘ ਜੀ, ਹੋਰ ਵੀ ਸੇਵਾਦਾਰ, ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਤਾਬਿਆਂ ਅੰਦਰ ਸ਼ਿਸ਼ੋਭਤ ਗੁਰਮੁਖ ਪਿਆਰੇ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ।
ਇੱਥੋਂ ਦੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਇਕਾਗਰਤਾ ਬਖਸ਼ਿਸ਼ ਕੀਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।